ਸਵਾਗਤ ਜੀ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਅੱਜ ਅਸੀਂ ਆਪਣੇ ਸਟੂਡੀਓ 'ਚ ਹਾਂ ਨਾਲ ਮੇਰੇ ਵੀਰ ਪਰਮੀਰ ਬਾਠ ਹੋਣੀ ਅੱਜ ਟਾਈ ਲਾ ਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਠ ਸਾਹਿਬ। ਅੱਜ ਤਾਂ ਤੁਹਾਨੂੰ ਬਹੁਤ ਕਾਹਲੀ ਹੋਣੀ ਆ ਕਿ ਫੋਕਸ ਛੇਤੀ ਮੁਕਾ ਦੀ ਆ। ਜੇ ਕਾਹਲੀ ਕਰਨੀ ਆ ਘਬਰਾਉਣਾ ਨਹੀਂ ਕਿਸੇ ਨੇ। ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ। ਮੈਂ ਦੱਸਾਂ ਕਿਉਂ ਜੀ ਅੱਜ ਸਿੱਧੂ ਸਾਹਿਬ ਨੇ ਪ੍ਰਧਾਨ ਬਣਨਾ ਨਾ ਤੁਹਾਨੂੰ ਕਾਹਲੀ ਬੜੀ ਹੋਣੀ ਆ ਵੀ ਸ਼ਾਇਦ ਹੋ ਸਕਦਾ ਭਾਈ ਪ੍ਰਸ਼ਾਂਤ ਕਿਸ਼ੋਰ ਤਾਂ ਕੈਪਟਨ ਸਾਹਿਬ ਦੇ ਬੰਦੇ ਹੀ ਪ੍ਰਚਾਰ ਦਾ ਠੇਕਾ ਤੁਹਾਨੂੰ ਹੀ ਮਿਲ ਜਵੇ। ਵੈਸੇ ਗੱਲ ਹੀ ਆ ਨਹੀਂ ਪਰ ਦੇਖੋ ਗੱਲ ਇਹ ਹੈ ਵੀ ਜਦੋਂ ਉਹਨਾਂ ਨੇ ਬਣਨਾ ਪ੍ਰਧਾਨ ਉਦੋਂ ਤੱਕ ਤੇ ਆਪਾਂ ਵਿਹਲੇ ਹੋ ਜਾਣਾ। ਨਹੀਂ ਵਿਹਲੇ ਤਾਂ ਹੋ ਜਾਣਾ ਪਰ ਮੈਂ ਇੱਕ ਗੱਲ ਦੱਸਣੀ ਆ। ਕਈ ਨਾ ਘਰ ਦੇ ਵਿੱਚ ਬਜ਼ੁਰਗ ਇਦਾਂ ਦੇ ਹੁੰਦੇ ਆ ਜਾਣੀ ਉਹ ਹੁੰਦੇ ਤੇ ਚੰਗੇ ਮਾੜੇ ਨਹੀਂ ਮੈਂ ਕਹਿਣਾ। ਜੇ ਮੰਨ ਲਓ ਕਿ ਬਰਾਤ ਜਾਣੀ ਆ ਜਾਂ ਕਿਤੇ ਸਾਰੇ ਟੱਬਰ ਨੇ ਜਾਣਾ ਆ ਤੇ 8 ਵਜੇ ਦਾ ਟਾਈਮ ਦਿੱਤਾ ਕਿ ਭਾਈ ਸਵੇਰੇ 8 ਵਜੇ ਤੁਰਨਾ, ਉਹਨਾਂ ਨੇ 7:30 ਵਜੇ ਤਿਆਰ ਹੋ ਕੇ ਕੁੜਤੇ ਪਜਾਮੇ ਦੀ ਕਰੀਜ਼ ਬੰਨ੍ਹ ਕੇ ਐਨ ਤਿਆਰ ਹੋ ਕੇ ਉਹ ਹੋਵੋ ਫੇਰ ਛੇਤੀ ਕਰੋ ਆ ਤੁਸੀਂ ਲੇਟ ਹੋ ਜਾਣਾ ਦੁਪਹਿਰਾ ਚੜੀ ਜਾਂਦਾ ਜਾਣੀ 7:30 ਵਜੇ ਉਹਨੇ ਟੱਲੀ ਖੜਕਾ ਦੇਣੀ ਆ। ਨਹੀਂ ਮੈਂ ਤੁਸੀਂ ਫਿਰ ਬਜ਼ੁਰਗ ਸਹੀ ਨਹੀਂ ਦੱਸੇ। ਅੱਛਾ 7:30 ਵਜੇ ਤੇ ਬਜ਼ੁਰਗ ਰੁੱਸ ਕੇ ਬੂਹੇ ਅੱਗੇ ਬੈਠਾਂ ਦਾ ਵੀ ਨਾ ਫਿਰ ਮੇਰੇ ਆਖੇ ਲੱਗੋ ਕਰੋ ਫਿਰ ਮਰਜ਼ੀਆਂ ਜਾਇਆ ਹੋਵੇ ਤੁਸੀਂ ਮੈਂ ਨਹੀਂ ਜਾਂਦਾ। ਉਹ ਆਖਣਾ ਵੀ ਬਾਪੂ ਨੂੰ ਹੋਇਆ ਕੀ ਕਹਿੰਦਾ ਬਾਪੂ ਦੇ 6:30 ਵਜੇ ਦਾ ਰੌਲਾ ਪਾਉਣ ਡਿਆ ਤੁਸੀਂ ਲੇਟ ਹੋ ਜਾਣਾ ਕੀ ਕਰਨਾ ਤੜਕੇ ਅੱਜ ਨਹਾ ਨੂੰ ਵੀ ਲੈ ਨੇ ਪਾਣੀ ਗਰਮ ਕਰਕੇ। ਉਦੋਂ ਬਾਅਦ ਆਖੀਆਂ ਚਲੋ ਫਿਰ ਚਲੋ ਗੁੱਡੀ ਆ ਮੈਂ ਕੋਈ ਨਹੀਂ ਫਿਰ ਚਾਹ ਵੀ ਮੈਨੂੰ ਦੇ ਫਲਾਨਿਆ ਤੂੰ ਮੈਨੂੰ ਗੋਲੀਆਂ ਅੱਛਾ ਅੱਗੋਂ ਪਿੱਛੋਂ ਬਾਪੂ ਨੂੰ ਗੋਲੀਆਂ ਦਾ ਚੇਤਾ ਭੁੱਲ ਜਾਂਦਾ ਹੁੰਦਾ ਜਦੋਂ ਕਿਤੇ ਜਾਣਾ ਆਉਣਾ ਹੋਵੇ ਨਾ ਤੜਕੇ 3-4 ਪੱਤੇ ਗੋਝੇ 'ਚ ਪਾਈ ਉਹ ਕਿਤੇ ਖਾਣੀ ਪੈ ਜਾਂਦੀ ਉੱਥੇ ਫਿਰ ਲੋੜ ਪੈ ਜਾਂਦੀ। ਨਹੀਂ ਆ ਮੈਂ ਹੁਣ ਦੇਖਿਆ ਕਿ ਉਮਰ ਦਾ ਕਿਤੇ ਨਾ ਕਿਤੇ ਪ੍ਰਭਾਵ ਨਜ਼ਰ ਆਉਂਦਾ। ਹੁਣ ਸੰਧਾਲੀਆ ਸਾਹਿਬ ਅਸੀਂ ਪੂਰੇ 6:30 ਵਜੇ ਸਵੇਰੇ ਭਾਰਤ ਦੇ ਫੋਕਸ ਕਰਨਾ ਹੁੰਦਾ ਤੇ ਇਧਰਲੇ ਪਾਸੇ ਵੈਨਕੂਵਰ ਦੇ 6 ਵਜੇ ਸ਼ਾਮ ਨੂੰ। ਅੱਗੇ ਅਸੀਂ 5:30 ਵਜੇ ਦੋਨੇ ਜਾਣੇ ਕੋਟ-ਕਾਟ ਪਾਉਣ ਲੱਗੀ ਦਾ ਕਿ ਭਾਈ ਚਲੋ ਫਿਰ ਆਪਾਂ ਹੁਣ ਗੱਲਬਾਤ ਕਰਨੀ ਉੱਥੇ ਬੈਠ ਕੇ। ਅੱਜ 4:45 ਵਜੇ ਪਾ ਲਾ ਕੋਟ ਲੈ ਯਾਰ ਤੂੰ ਕੋਟ ਹੀ ਨਹੀਂ ਪਾਉਂਦਾ ਚੱਲ ਸ਼ੀਤ ਬਾਹੋਂ ਫੜ ਕੇ ਮੈਨੂੰ ਪੌਣਾ ਘੰਟਾ ਹੋ ਗਿਆ ਇੱਥੇ ਬਿਠਾ ਲਿਆ ਭਾ ਟਾਈਮ ਤਾਂ 19 ਵਜੇ ਹੋਣਾ ਤਾਂ ਕੀ ਹੋਇਆ ਪ੍ਰਧਾਨ ਸਿੱਧੂ ਨੇ ਬਣਨਾ ਚਾਹ ਐਵੇਂ ਚੜੀ ਜਾਂਦਾ। ਪਤਾ ਕੀ ਗੱਲ ਹੁੰਦੀ ਹੈ ਕਾਰਨ ਹੁੰਦਾ ਵੀ ਚਲੋ ਕੁਛ ਤੇ ਮਤਲਬ ਕਿਸੇ ਚੀਜ਼ ਦੇ ਚਾਅ ਕਰੇ ਅੱਜ ਚਲੋ ਤੁਸੀਂ ਮੈਨੂੰ ਇਸ ਪਾਸੇ ਜੋੜਤਾ ਇਦਾਂ ਹੀ ਚੱਲੂ ਫਿਰ ਅੱਜ ਵੇਖੀਏ ਨਹੀਂ ਇਦਾਂ ਹੀ ਚਲਾਉਣਾ ਹੀ। ਪਰ ਇੱਕ ਗੱਲ ਹੈ ਨਾ ਮੈਨੂੰ ਇਸ ਗੱਲ ਦਾ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮੈਨੂੰ ਫੋਨ ਕਰਨਾ ਪੈਣਾ ਵੀ ਅੱਜ ਦਾ ਦਿਨ ਇੱਧਰ ਹੋ ਜਾਵਾਂ ਮੈਂ। ਨਹੀਂ ਉਹ ਗੱਲ ਤਾਂ ਠੀਕ ਹੈ ਤੁਹਾਡੀ। ਉਹ ਵੀ ਗੁੱਸਾ ਕਰ ਸਕਦੇ ਨਹੀਂ ਉਹਨਾਂ ਨੂੰ ਅੱਜ ਦੀ ਛੁੱਟੀ ਨਹੀਂ ਲੈਣੀ ਜਿੰਨੇ ਦਿਨ ਪਾਰਲੀਮੈਂਟ ਸੈਸ਼ਨ ਚੱਲਦਾ ਉਹਦੇ ਲਈ ਉਨੇ ਦਿਨਾਂ ਦੀ ਛੁੱਟੀ ਲੈਣੀ। ਅੱਛਾ ਉਦੋਂ ਬਾਅਦ ਫਿਰ ਬਦਲ ਜਾਣਾ ਨਾਲੇ ਤੁਹਾਨੂੰ ਕਿਹੜਾ ਟਾਈਮ ਲੱਗਣਾ। ਆਹੋ ਇਹ ਦੇਖੋ ਚਲੋ ਖੈਰ ਜੇ ਗੱਲ ਚੱਲ ਹੀ ਪਈ ਆ ਪਰ ਇਹ ਦੇਖੋ ਚਾਅ ਕਰਨ ਵਾਲੇ ਕਰਨਗੇ ਭਾਈ ਸਾਹਿਬ ਜਿਨ੍ਹਾਂ ਨੂੰ ਚਾਅ ਆ ਕਿਉਂਕਿ ਮੇਰੇ ਖਿਆਲ ਨਾਲ 1.5 ਸਾਲ ਤੇ ਹੋ ਗਿਆ ਅਗਲੇ ਬੰਦੇ ਚੁੱਪ ਬੈਠੇ ਤੇ ਹੁਣ ਉਹਨਾਂ ਨੂੰ ਮੌਕਾ ਮਿਲਿਆ ਤੇ ਅੱਜ ਕਹਿੰਦੇ ਵੀ ਸੁੱਖ ਨਾਲ ਹੁਣ ਹੈ ਤੇ ਹਵਾ ਹੀ ਪਰ ਹੋ ਵੀ ਸਕਦਾ ਵੀ ਰਾਹੁਲ ਗਾਂਧੀ ਸਾਹਿਬ ਆ ਜਾਣ ਨਾਲ ਭੈਣ ਜੀ ਹੁਣੀ ਆ ਜਾਣ ਪ੍ਰਿਅੰਕਾ ਗਾਂਧੀ ਹੋਰੀ ਪਰ ਚਲੋ ਆਉਣ ਚਾਹੇ ਨਾ ਆਉਣ ਪਰ ਉਹਨਾਂ ਦੇ ਆਉਣ ਦੇ ਸਨੇਹ ਦੇ ਨਾਲ ਕੈਪਟਨ ਸਾਹਿਬ ਤੇ ਮੰਨ ਗਏ ਨਾ ਮੈਂ ਫਿਰ ਆਵਾਂਗਾ ਆਸ਼ੀਰਵਾਦ ਦੇਣ। ਸੰਧਾਲੀਆ ਸਾਹਿਬ ਜਿਹੜੀ ਆਪਾਂ ਕਈ ਦਿਨ ਪਹਿਲਾਂ ਦੀ ਗੱਲ ਕਰਦੇ ਸੀ ਨਾ ਕਿ ਦੋ ਧੜੇ ਕੈਪਟਨ ਸਾਹਿਬ ਨਹੀਂ ਮੰਨੇ ਉਹਨਾਂ ਨੇ ਟਵੀਟ ਵੀ ਨਹੀਂ ਕੀਤਾ ਉਹਨਾਂ ਨੇ ਵਧਾਈ ਵੀ ਨਹੀਂ ਦਿੱਤੀ ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ ਇਹ ਵੀ ਨਹੀਂ ਕਿਹਾ ਕਿ ਜਾਖੜ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਕੁਝ ਵੀ ਨਹੀਂ ਨਾ ਹੂੰ ਕਰਕੇ ਨਾ ਹਾਂ ਕਰਕੇ ਹੁਣ ਇਕੱਲੇ ਵੀ ਨਹੀਂ ਗੇੜਾ ਦਿੱਤਾ। ਨਹੀਂ ਹੁਣ ਤਾਂ ਗੇੜਾ ਦੇਣਗੇ ਹੁਣ ਤਾਂ ਗੇੜਾ ਦੇਣਗੇ ਗੇੜਾ। ਹੁਣ ਤੁਸੀਂ ਦੇਖੋ ਕਿ ਸਾਰਾ ਕੰਮ ਇੱਕ ਚਿੱਠੀ ਜਾਰੀ ਹੋਈ ਆਪਾਂ 62 63 61 MLAs ਦੀ ਗੱਲ ਕਰਦੇ ਸੀ ਕਿ ਇੱਕ ਸੱਦਾ ਪੱਤਰ ਗਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਤੇ ਉਹ ਸੋਸ਼ਲ ਮੀਡੀਆ ਤੇ ਵੀ ਹੈ ਜਿਹਦੇ ਵਿੱਚ ਕਾਂਗਰਸ ਤੇ 80+3 ਆਪਾਂ ਖਹਿਰਾ ਸਾਹਿਬ ਵਾਲੇ 3 ਵੀ ਰੱਖਦੇ ਆ ਨਾ 83 ਦੇ ਵਿੱਚੋਂ 58 ਵਿਧਾਇਕਾਂ ਦੇ ਦਸਤਖਤ ਨੇ। ਰੌਲਾ ਚਰਚਾ ਸੋਸ਼ਲ ਮੀਡੀਆ ਤੇ ਕਿ ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਫਿਰ ਤੁਸੀਂ ਆਣਾ ਹੈ ਉੱਥੇ ਆਪਾਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ 5 ਬੰਦਿਆਂ ਨੇ ਕੰਮ ਸਾਂਭਣਾ ਇੱਕ ਬੰਦੇ ਦੇ ਰਜਿਸਟਰ ਤੇ ਥੋੜੇ ਗੁੱਸੇ ਹੋ ਕੇ ਬੈਠ ਰਹੀਦਾ 4 ਬੰਦੇ ਕਾਰਜਕਾਰੀ ਪ੍ਰਧਾਨ ਵੀ ਤਾਂ ਹੈਗੇ ਹੀ ਆ ਹੁਣ ਉਧਰਲੇ ਪਾਸੇ ਵੀ ਚੱਲਣਾ ਹੋਰ ਵੀ ਕਈ ਬੰਦੇ ਹੋਣਗੇ। ਵੈਸੇ ਮੈਂ ਹੈਰਾਨ ਬੜਾ ਕਿ ਅਜੇ ਤਾਂ ਉਹ ਟਵੀਟ ਨੂੰ ਹੱਥ ਵੀ ਨਹੀਂ ਸੀ ਲੱਗਦਾ ਜਿਹੜਾ ਟਵੀਟ ਉਹਨਾਂ ਦੇ ਮੀਡੀਆ ਸਲਾਹਕਾਰ ਸਾਹਿਬ ਨੇ ਕੀਤਾ ਸੀ ਕਿ ਐਵੇਂ ਥੋੜੀ ਮੁਲਾਕਾਤਾਂ ਹੋਣਗੀਆਂ। ਪਹਿਲਾਂ ਨਵਜੋਤ ਸਿੰਘ ਸਿੱਧੂ ਜਨਤਕ ਤੌਰ ਤੇ ਮਾਫੀ ਮੰਗਣਗੇ ਅਫਸੋਸ ਪ੍ਰਗਟ ਕਰਨਗੇ ਜਿਹੜੀ ਜਨਤਕ ਤੌਰ ਤੇ ਹਾਨੀ ਕੈਪਟਨ ਸਾਹਿਬ ਨੂੰ ਪਹੁੰਚਾਈ ਹੈ ਪਰ ਜਦੋਂ ਫਿਰ ਜਾ ਕੇ ਗਿਲਜੀਆਂ ਸਾਹਿਬ ਸੰਗਤ ਸਿੰਘ ਹੋਰੀ ਤੇ ਨਾਲ ਕੁਲਜੀਤ ਸਿੰਘ ਨਾਗਰਾ ਹੋਰੀ ਮਿਲੇ ਹੋਣੇ ਆ ਕੈਪਟਨ ਸਾਹਿਬ ਦੇਖੋ ਸਮੂਹਿਕ ਸੱਦਾ ਦੇਣ ਆਏ ਆ ਆਪਾਂ ਹਾਈ ਕਮਾਂਡ ਨੇ ਜਿਹੜੇ ਹੁਕਮ ਦਿੱਤੇ ਉਹਦੇ ਮੁਤਾਬਕ ਫਿਰ ਹੁਣ ਕੰਮਕਾਰ ਜਿਹੜਾ ਸਿੱਧੂ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਨੇ ਸਾਂਭਣਾ ਜਿਹਦੇ ਵਿੱਚ ਅਸੀਂ ਦੋਨੇ ਵੀ ਆ ਲਓ ਜੀ ਸਾਂਝੇ ਤੌਰ ਤੇ ਸੱਦਾ ਆ ਤੁਹਾਡੇ ਨਾਲ ਰਲ ਕੇ ਚੱਲਦੇ ਰਹੇ ਆ ਫਿਰ ਆਇਓ ਜ਼ਰੂਰ। ਮੈਨੂੰ ਤੇ ਜਾਪਦਾ ਵੀ ਹੋ ਸਕਦਾ ਵੀ ਉਹਨਾਂ ਨੇ ਸੱਦਾ ਪਹਿਲਾਂ ਨਹੀਂ ਦਿੱਤਾ ਹੋਣਾ ਉਹਨਾਂ ਨੇ ਹੋ ਸਕਦਾ ਪਹਿਲਾਂ ਕਾਗਜ਼ ਉਹ ਫੜਾਏ ਹੋਣ ਜਿਨ੍ਹਾਂ ਤੇ ਉਹ ਸਾਈਨ ਹੋਏ ਆ ਹੈ ਨਾ। ਮੈਂ ਤੇ ਇਸ ਗੱਲ ਨੂੰ ਹੈਰਾਨ ਸੀ ਵੀ ਯਾਰ ਦੇਖੋ ਐਡੇ ਨੁਮਾਇੰਦੇ ਨੇ ਪੂਰੇ ਪੰਜਾਬ ਦੇ ਘੱਟੋ ਘੱਟ ਉੱਥੋਂ ਯਾਰ ਕਿਸੇ ਕੋਲੋਂ ਟਾਈਪ ਹੀ ਕਰਾ ਲਓ ਹੈ ਨਾ। ਉਹ ਜਿੱਦਾਂ ਪਿੰਡ ਦੀ ਪੰਚਾਇਤ ਨੇ ਮਤਾ ਨਹੀਂ ਪਾਇਆ ਹੁੰਦਾ ਲੈ ਵੀ ਫਲਾਨਾ ਸਿੰਘ ਵਲਦ ਫਲਾਨਾ ਸਿੰਘ ਉੱਦਾਂ ਹੀ ਲਿਖਤਾ ਚਲੋ ਜਿਵੇਂ ਮਰਜ਼ੀ ਸੀ
ਹੋ ਸਕਦਾ ਪਹਿਲਾਂ ਉਹ ਕਾਗਜ਼ ਫੜਾਏ ਹੋਣ ਜਿੱਥੋਂ ਗਿਣਤੀ ਥੱਲੇ ਸ਼ੁਰੂ ਹੁੰਦੀ 58 57 56 55 ਹੈ ਨਾ। ਉਹ ਕਹਿੰਦੇ ਵੀ ਯਾਰ ਇਹ ਕੀ ਲਿਖਿਆ, ਕਹਿੰਦੇ ਇਹ ਕਾਹਦੀ ਲਾਓ ਕਾਗਜ਼, ਅੱਛਾ ਇਹ ਕਹਿੰਦੇ ਇਹ ਕੀ ਚੱਲਦਾ, ਕਹਿੰਦੇ ਆਹ ਦੇਖੋ ਤੁਸੀਂ ਉੱਤੇ 37 34 32 ਇੱਕ ਹੋਰ ਲਾਓ ਕਾਗਜ਼, ਆਹ ਕਹਿੰਦੇ 22 23, ਮਤਲਬ ਇਹ ਜਿਸ ਹਿਸਾਬ ਨਾਲ ਕੰਮ ਪੁੱਠੇ ਸਿਰੋਂ ਚੱਲੇ ਨਾ, ਕਹਿੰਦੇ ਇਹ ਕਾਹਦੇ ਮਤਲਬ ਕਾਗਜ਼ ਕਾਹਦੇ, ਕਹਿੰਦੇ ਐਂਡ ਦੇ ਕਾਗਜ਼ ਆ ਅਸਲੀ ਕਾਗਜ਼ ਆ। ਹਾਂ ਵੀ ਇੰਨੇ ਬੰਦਿਆਂ ਨੇ ਦਸਤਖਤ ਕਰਕੇ ਤੁਹਾਨੂੰ ਸੱਦਾ ਦਿੱਤਾ ਵੀ ਤੁਸੀਂ ਆਇਓ, ਯਾਨੀ ਸੱਦਾ ਦੇਣ ਦਾ ਢੰਗ ਤਾਂ ਕਾਊਂਟਰ ਸਾਈਨ ਕਰਾਉਣ ਵਰਗਾ ਹੀ ਸੀ ਪੂਰਾ, ਹਨਾ। ਪਟਵਾਰੀ ਸਾਹਿਬ ਨੇ ਮਾਰਕ ਕਰ ਦਿੱਤਾ ਹੀ, ਤਹਿਸੀਲਦਾਰ ਸਾਹਿਬ ਮਰਜੀ ਘੁੱਗੀ ਮਾਰਿਓ, ਤੇ ਉਹ ਤਾਂ ਕਲੀਅਰ ਸੀ ਨਾ। ਦੇਖੋ ਮੈਂ ਤੇ ਇਹਦੋਂ ਗੱਲ ਨੂੰ ਹੈਰਾਨ ਆ ਵੀ ਹਾਲਾਂਕਿ ਮੇਰੇ ਖਿਆਲ ਵਿੱਚ ਵਰਿੰਦਰ ਢਿੱਲੋਂ ਹੋਰਾਂ ਦੇ ਵੀ ਸਾਈਨ ਸੀਗੇ, ਚਲੋ ਆਪਾਂ ਨੂੰ ਕੱਢ ਦਿੰਦੇ ਵੀ ਉਹ ਐਮਐਲਏ ਹੈ ਨਹੀਂ, ਫਿਰ ਵੀ 56 57 ਐਮਐਲਏ ਤੇ ਹੈਗੇ ਆ ਜੀ, ਤੇ 3-4 ਉਹਨਾਂ ਨੂੰ ਪਤਾ ਵੀ ਹੋ ਰਹਿ ਗਿਆ, ਤੇ 59 ਦੀ ਆਪਾਂ ਗੱਲ 3-4 ਦਿਨ ਹੋ ਗਏ ਕਰਨ ਦਾ ਵੀ ਜਿਹਦੇ ਕੋਲੇ 59 ਨੇ ਉਹ ਫਿਰ ਭਾਈ ਸਾਹਿਬ ਮੁੱਖ ਮੰਤਰੀ ਵੀ ਹੋ ਸਕਦਾ, ਨਹੀਂ ਕੋਈ ਕੁਝ ਵੀ ਹੋ ਸਕਦਾ। ਮੈਂ ਤਾਂ ਇਹ ਵੀ ਸੋਚਦਾ ਸੀ ਕਿ ਕੈਪਟਨ ਸਾਹਿਬ ਕਹਿੰਦੇ ਉਹਨੇ 58 ਨੂੰ ਛੱਡੋ, ਜਿਹੜੇ ਬਾਟਾਂ ਦੇ ਵਿੱਚੋਂ 4 ਨੇ ਨਹੀਂ ਕੀਤੇ, ਮੈਨੂੰ ਉਹ ਦੱਸੋ ਕਿਹੜੇ ਆਪਣੇ ਬੰਦੇ ਹੈਗੇ। ਗੱਲ ਹੀ ਆ ਉਹ ਕਿਹੜਾ ਰਹਿ ਗਿਆ ਹੋਏ, ਹਾਂ ਕਿਹੜਾ ਜਿਹਨੇ ਇਸ ਮੌਕੇ ਦੇ ਉੱਤੇ ਸਾਥ ਦਿੱਤਾ ਹੀ। ਸੰਧਾਲੀਆ ਸਾਹਿਬ ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਉਸ ਵੇਲੇ ਤਾਂ ਹੁਣ ਅੱਗੇ ਪਿੱਛੇ ਨਹੀਂ ਹੋਇਆ ਜਾ ਸਕਦਾ। ਹੁਣ ਅੱਜ ਕੈਪਟਨ ਸਾਹਿਬ ਹੋਰਾਂ ਨੇ ਨਾਲ ਹੀ 11 ਵਜੇ ਅੱਜ ਨਵਜੋਤ ਸਿੰਘ ਸਿੱਧੂ ਨੇ ਕੰਮ ਸਾਂਭਣਾ। ਕੈਪਟਨ ਸਾਹਿਬ ਕਹਿੰਦੇ ਐਂ ਕਰਦੇ ਆ, ਫਿਰ ਆਉਣ ਨੂੰ ਕੀ ਆ, ਹਾਈ ਕਮਾਂਡ ਦਾ ਹੁਕਮ ਹੈ, ਕਾਂਗਰਸ ਪਾਰਟੀ ਦਾ ਪ੍ਰੋਗਰਾਮ ਹੈ, ਹੱਥੀ ਬੱਧੀ ਆਵਾਂਗੇ, ਕਿਹੜਾ ਸਿੱਧੂ ਦਾ ਪ੍ਰੋਗਰਾਮ ਹੈ। ਪਰ 10 ਵਜੇ ਆਪਾਂ ਇੱਥੇ ਚਾਹ ਦਾ ਪਤੀਲਾ 9 ਵਜੇ ਅਸੀਂ ਰੱਖ ਦੇਣਾ, ਪੱਤੀ 9 ਵਜੇ ਪਾ ਦੇਣੀ ਹੈ, ਪੌਣੇ ਕਿ 10 ਵਜੇ ਦੁੱਧ ਪਾ ਦੇਣਾ, ਤੇ 9:55 ਤੇ ਉਬਾਲਾ ਆ ਜਾਊਗਾ। 10 ਵਜੇ ਵਿਧਾਇਕ MP ਜ਼ਿਲ੍ਹਾ ਪ੍ਰਧਾਨ ਸਾਬਕਾ MP ਆ ਜਿਓ, ਇੱਥੇ ਸਾਰੇ ਕੁਰਸੀਆਂ ਲੱਗੀਆਂ ਹੋਣਗੀਆਂ, ਚਾਹ ਚੂ ਪੀ ਕੇ ਵੀ ਇਕੱਠੇ ਹੀ ਚੱਲਾਂਗੇ। ਹੋ ਸਕਦਾ ਹੈ ਕਿਉਂਕਿ ਵਿਧਾਇਕ ਤਾਂ ਨਵਜੋਤ ਸਿੰਘ ਸਿੱਧੂ ਵੀ ਹੈ, ਫਿਰ ਸਾਰੇ ਜਾਣੇ ਇਕੱਠੇ ਹੋ ਕੇ ਜਾਣਾ। ਉਸ ਦਾ ਸਿੱਧੂ ਦਾ ਫੇਰ 58 ਦੇ ਵਿੱਚ ਜਾਂਦੇ ਹੁਣ ਇਕੱਠੇ ਹੋ ਕੇ ਕਿ ਭਾਈ ਚਲੋ ਇਕੱਠੇ ਹੋ ਕੇ ਚੱਲਦੇ ਆ, ਪਤਾ ਲੱਗ ਜਾਵੇ ਕਿ ਭਾਈ ਬਾਹਰ ਨਹੀਂ ਨਿਕਲਦੇ, ਅੰਦਰ ਵੀ ਇੰਨੇ ਬੰਦੇ ਲੈ ਕੇ ਬੜੇ ਸੀ। ਤੇ ਅੱਜ ਇਸ ਗੱਲ ਦੀ ਵੀ ਸੰਭਾਵਨਾ ਕਿ ਹੋ ਸਕਦਾ ਕਿ ਜਦੋਂ ਰਾਵਤ ਸਾਹਿਬ ਉੱਥੇ ਹੀ ਹੋਣੇ ਆ, ਕਿ ਜਦੋਂ ਫਿਰ ਅੰਦਰੋਂ ਤੁਰਨ ਤੇ ਹੋ ਸਕਦਾ ਕਿ ਗੱਡੀ ਫਿਰ ਉਧਰਲੇ ਪਾਸਿਓਂ ਕੁਲਜੀਤ ਸਿੰਘ ਨਾਗਰਾ ਚਲਾਉਣ, ਹੋ ਸਕਦਾ ਕਿ ਰਾਵਤ ਸਾਹਿਬ ਮੂਰਲੀ ਸੀਟ ਤੇ ਨਾਲ ਬੈਠੇ ਹੋਣ, ਹੋ ਸਕਦਾ ਕਿ ਪਿਛਲੀ ਸੀਟ ਦੇ ਸੱਜੇ ਪਾਸੇ ਕੈਪਟਨ ਸਾਹਿਬ ਤੇ ਖੱਬੇ ਪਾਸੇ ਨਵਜੋਤ ਸਿੰਘ ਸਿੱਧੂ ਬੈਠੇ ਹੋਣ। ਸਮਾਂ ਬਦਲਦਾ ਪਤਾ ਲੱਗਦਾ ਨਹੀਂ, ਕੁਝ ਵੀ ਹੋ ਸਕਦਾ। ਹੁਣ ਬੰਦੇ ਹੋ ਸਕਦਾ ਆਪਾਂ ਨੂੰ ਸਵਾਲ ਕਰਨ ਵੀ ਇਦਾਂ ਕਿਦਾਂ ਭਾਈ ਸਾਹਿਬ, ਇਹ ਵੀ ਤਾਂ ਹੋ ਸਕਦਾ ਨਾ ਵੀ ਸਿੱਧੂ ਸਾਹਿਬ ਗੱਡੀ ਚਲਾਉਣ, ਕੈਪਟਨ ਸਾਹਿਬ ਨਾਲ ਬੈਣ। ਦੇਖੋ ਸਿੱਧੂ ਸਾਹਿਬ ਗੱਡੀ ਚਲਾ ਨਹੀਂ ਸਕਦੇ ਕਿਉਂਕਿ ਪੈਰ ਦਾ ਅੰਗੂਠਾ ਨਿਕਲਿਆ ਉਹਨਾਂ ਦਾ, ਨੌ ਨਿਕਲਿਆ ਪੈਰ ਦਾ ਅੰਗੂਠਾ। ਮਹਾਰਾਜ ਮੇਰੀ ਗੱਲ ਸੁਣੋ, ਇਹ ਤਾਂ ਠੇਕਾ ਮਿਲਿਆ ਨਹੀਂ, ਉਹ ਪੈਰ ਦੇ ਅੰਗੂਠੇ ਤੇ ਪੱਟੀ ਵੱਜੀ ਆ। ਹਾਂ ਇਦਾਂ ਠੀਕ ਹੈ, ਇਦਾਂ ਉਹ ਮੇਰੇ ਦਿਮਾਗ ਪੱਟੀ ਸੀ, ਮਤਲਬ ਨੌ ਸਾਰਾ ਨਿਕਲ ਗਿਆ। ਵੈਸੇ ਸਿਆਸਤਦਾਨ ਇਹਨੇ ਸੋਜ ਪਈ ਏ, ਡੋਲ ਪੈਣੀ, ਡੋਲ ਕਰਕੇ ਇਹਨੂੰ ਤੁਸੀਂ ਭੋਰਾ ਇਹ ਨਾ ਹੋਵੇ ਬ੍ਰੇਕ ਲੱਗੇ ਨਾ, ਹਾਂ ਇਹਨੂੰ ਤੁਸੀਂ ਭੋਰਾ ਨਹੀਂ ਛੇੜਨਾ, ਤੁਸੀਂ ਬੈਠੋ ਆਰਾਮ ਨਾਲ। ਨਾਲੇ ਹੁਣ ਤੇ ਆਉਦਾ ਨਾ ਸੰਧਾਲੀਆ ਸਾਹਿਬ, ਹੁਣ ਕਿਸੇ ਵੀ ਬੰਦੇ ਨੂੰ ਇਸ ਗੱਲ ਤੇ ਡਾਊਟ ਨਹੀਂ ਕਿ ਤੁਸੀਂ ਲੀਡਰ ਬੰਦੇ ਹੋ। ਕਿਉਂ ਜੀ? ਕਿਉਂਕਿ ਉਹ ਡਾਰਾਂ ਬਣਦੀਆਂ ਉਹ ਦੇਖੀਆਂ ਸੀ ਨਾ, ਇਹ ਤੁਸੀਂ ਦੇਖੋ ਕਿ 9 ਨੂੰ ਗੂਠਾ ਬਣਾਤਾ ਹੀ ਤੁਸੀਂ। ਜਾਣੀ ਜੇ ਤੁਸੀਂ ਕਰੋ, ਅਜੇ ਮੈਂ ਪੈਰ ਨਹੀਂ ਕਿਹਾ, ਤੁਸੀਂ 50,000 ਨੂੰ 5 ਲੱਖ ਕਦੋਂ ਬਣਾ ਦਿੰਦੇ ਹੋ, 5 ਕਰੋੜ ਕਦੋਂ ਬਣਾ ਦਿੰਦੇ ਹੋ। ਪੰਜਾਬ ਦੇ ਪਿੰਡ ਨੂੰ ਅਜੇ ਪਿੰਡ ਬਣਾਉਣਾ ਹੁੰਦਾ, ਤੁਸੀਂ ਕੈਲੀਫੋਰਨੀਆ ਪਹਿਲਾਂ ਬਣਾ ਦਿੰਦੇ ਹੋ। ਕੈਲੀਫੋਰਨੀਆ ਦਾ ਬਣ ਡਿਆ, ਉਹ ਤਾਂ ਕਿਸੇ ਨੂੰ ਲੱਗਦਾ ਵੀ ਅਮਰੀਕਾ ਨੇ ਨਾਂ ਹੀ ਬਦਲ ਦੇਣਾ ਆਪਣੀ ਸਟੇਟ ਦਾ। ਨਹੀਂ ਯਾਰ ਛੱਡੋ ਖੜਾ, ਉਹ ਤੇ ਹੁਣ ਪੰਜਾਬ 'ਚ ਬਣ ਗਿਆ, ਕਿਤੇ ਹੋਰ ਬਣਾਈਏ। ਪਰ ਚਲੋ ਜੋ ਵੀ ਹੈ, ਕੁੱਲ ਮਿਲਾ ਕੇ ਇੱਕ ਚੀਜ਼ ਤਾਂ ਹੈਗੀ ਆ ਵੀ ਪੰਜਾਬ ਦੀ ਸਿਆਸਤ ਨੇ ਆ ਜਿਵੇਂ ਚੰਦ ਘੰਟਿਆਂ ਦੇ ਵਿੱਚ ਅਲਟੀਆਂ ਪਲਟੀਆਂ ਖਾਧੀਆਂ, ਇਹ ਸਾਰੇ ਕੁਝ ਤੋਂ ਇੱਕ ਗੱਲ ਤੇ ਕਲੀਅਰ ਜਾਪਣ ਲੱਗ ਪਈ ਆ ਵੀ ਚਾਹੇ ਉਹ ਧੜਿਆਂ ਦੇ ਨਾਲ ਤੁਰੇ ਬੰਦੇ ਸਿੱਧੂ ਸਾਹਿਬ ਦੇ ਨਾਲ ਹੋਣ, ਚਾਹੇ ਕੈਪਟਨ ਸਾਹਿਬ ਦੇ ਨਾਲ ਹੋਣ, ਫਿਕਰ ਹਰੇਕ ਨੂੰ ਇਹੋ ਵੀ ਭਾਈ ਸਾਹਿਬ ਪਿਛਲੇ ਦਿਨਾਂ ਜਿਹੜਾ ਕੰਮ ਡਾਵਾਂਡੋਲ ਸੀ ਕਿਸੇ ਤਰ੍ਹਾਂ, ਇੱਕ ਹੁੰਦਾ ਨਾ ਵੀ ਕਿਸ਼ਤੀ ਅੱਜ ਆਪਾਂ ਕੱਲ੍ਹ ਹੀ ਬੈਠੇ ਸੀ ਕਿਸ਼ਤੀ 'ਚ ਵੀ ਐਂ ਡਾਵਾਂਡੋਲ ਜੇ ਕਰਦੇ ਆ, ਬਸ ਡੁੱਬੇ ਨਾ, ਕਿਸੇ ਤਰ੍ਹਾਂ ਪਾਰ ਲੱਗ ਜਾਵੇ, ਕਿਸੇ ਤਰ੍ਹਾਂ ਪਾਰ ਲੱਗ ਜੇ, ਉਹ ਧੁੜਕੂ ਹਰੇਕ ਨੂੰ ਹੈਗਾ। ਨਹੀਂ, ਬਹੁਤ ਜ਼ਿਆਦਾ ਧੁੜਕੂ ਹੈ ਜੀ, ਕਿਉਂਕਿ 5 ਸਾਲ ਵਿਧਾਨ ਸਭਾ, ਕਾਰ, ਡਰਾਈਵਰ, ਘਰ, ਤਨਖਾਹ, ਪਿਲਸਣ, ਸਿਹਤ ਸਹੂਲਤਾਂ, ਤੇ ਸਭ ਤੋਂ ਵੱਡੀ ਗੱਲ ਹੈ ਕਿ ਰੀਬਨ ਕੱਟਣੇ, ਟਰੋਫੀਆਂ ਫੜਾਉਣੀਆਂ, ਸ਼ਰਧਾਂਜਲੀ ਦੇਣੀ, ਇੱਕ ਕੰਮ ਨਹੀਂ ਹੈਗਾ। ਵਿਧਾਨ ਸਭਾ ਦੇ ਅੰਦਰ ਜਾ ਕੇ ਘੁੱਗੀ ਮਾਰਨੀ ਤੇ ਭੱਤਾ ਜੇਬ 'ਚ ਪੈ ਜਾਣਾ, ਜਾਣੀ 20 ਤਰ੍ਹਾਂ ਦੀਆਂ ਸੁੱਖ ਸਹੂਲਤਾਂ ਸੁੱਖ ਨਾਲ ਮਿਲਦੀਆਂ। ਤੁਸੀਂ ਦੇਖੋ ਕਿ ਕਿੰਨਾ ਕੰਮ ਬਦਲਿਆ। ਤੁਸੀਂ ਦਰਸ਼ਨ ਸਿੰਘ ਬਰਾੜ ਹੋਰਾਂ ਨੂੰ, ਸਰਜੀਤ ਸਿੰਘ ਧੀਮਾਨ ਹੋਰਾਂ ਨੂੰ, ਜਿਹੜੇ ਬੰਦੇ ਖੁੱਡੇ ਲਾਈਨ ਲੱਗੇ ਹੋ ਸੀਗੇ, ਜਿਹੜੇ ਕੈਪਟਨ ਧੜੇ ਦੇ ਖਿਲਾਫ ਚੱਲਦੇ ਸੀ, ਉਹ ਕਹਿੰਦੇ ਸਾਡੇ ਹਲਕੇ 'ਚ ਕੋਈ ਕੰਮ ਨਹੀਂ ਹੁੰਦਾ। ਪੱਤਰਕਾਰ ਵੀ ਉਹਨਾਂ ਦੇ ਕੋਲੇ ਜਾਂਦੇ ਆ ਤੇ ਅਗਲੇ ਵੀ ਕਹਿੰਦੇ ਕਿ 4.5 ਸਾਲ ਬਾਅਦ ਵਾਰੀ ਆਈ ਆ, ਉਹ ਵੀ ਹੁਣ ਗਿਣ ਕੇ ਐਨ ਜਿੱਦਾਂ ਹੁੰਦਾ ਨਾ ਕਿ ਇਹ ਤੇ ਜੀ ਕੱਟ ਲਾਉਣਾ ਪੈਣਾ ਪਹਿਲਾਂ, ਜੀ ਜ਼ਖਮ ਠੀਕ ਕਰਨਾ ਦਾ ਦਵਾਈ ਭਰਨੀ ਆ ਨਾ, ਕਿ ਇਹਨੇ ਛੇੜਾ ਦੇਣਾ ਪੈਣਾ ਇਹਨੂੰ ਥੋੜਾ ਜਿਹਾ, ਉਹ ਛੇੜਾ ਦੇ ਕੇ ਮਲਮ ਲਾਉਂਦੇ ਆ। ਇਹ ਵੀ ਕਹਿ ਦਿੰਦੇ ਗੱਲ ਤਾਂ ਜੀ ਕਾਂਗਰਸ ਨੂੰ ਚੱਕਣ ਦੀ ਆ, ਬੰਦੇ ਦਾ ਮਸਲਾ ਨਹੀਂ ਹੈ ਇੱਥੇ। ਹੁਣ ਅੱਜ ਦਾ ਦਿਨ ਕਾਂਗਰਸ ਪਾਰਟੀ ਦੀ ਦਿਸ਼ਾ ਤੈਅ ਹੋ ਜੂ ਕਿ ਦੋਨਾਂ ਬੰਦਿਆਂ ਨੇ ਇਕੱਠੇ ਹੋ ਕੇ ਜਾਣਾ, ਕੱਲੇ ਜਾਣਾ ਹੈ।
ਅੱਜ ਸਟੇਜ ਦੇ ਉੱਤੇ ਵੀ ਪੱਤਰਕਾਰ ਭਾਈਚਾਰੇ ਦੀ ਨਜ਼ਰ ਰਹਿਣੀ ਹੈ ਕਿ ਨੇੜੇ ਬਹਿੰਦੇ ਆ, ਜੇ ਨੇੜੇ ਵੀ ਬਹਿੰਦੇ ਆ ਤੇ ਗੱਲ ਆਪਸ ਦੇ ਵਿੱਚ ਕਰਦੇ ਆ ਕਿ ਨਹੀਂ ਕਰਦੇ। ਸਟੇਜ ਕਿਹਦੇ ਕੋਲੇ ਹੋਏਗੀ? ਉਮੀਦ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਜਾਂ ਰਾਜਾ ਵੜਿੰਗ ਸਾਂਭਣਗੇ। ਮੈਨੂੰ ਲੱਗਦਾ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਇੱਕ ਬੰਦਾ ਹੋ ਸਕਦਾ ਕਿ ਹਾਈ ਕਮਾਂਡ ਆਖੇ ਨਹੀਂ ਯਾਰ ਇਦਾਂ ਨਹੀਂ, ਅਸੀਂ ਕੋਈ ਬੰਦਾ ਆਪਦਾ ਦੇ ਦਿੰਨੇ ਆ, ਉਹ ਸਾਂਝਾ ਜਾਂ ਬੰਦਾ ਵਿੱਚ ਵਿਚਾਲੇ ਜਾਂ ਕੰਮ ਚਲਾ ਲੂਗਾ। ਸੁਸ਼ੀਲ ਰਿੰਕੂ ਦੀ ਆਪਾਂ ਗੱਲ ਕੀਤੀ ਸੀ, ਜਲੰਧਰ ਵਾਲੇ ਐਮਐਲਏ ਸਾਹਿਬ ਦੀ, ਜਲੰਧਰ ਪੱਛਮੀ ਤੋਂ ਜਿਹੜੇ ਡਿੱਚ ਮਸ਼ੀਨ ਤੇ ਚੜ ਗਿਆ ਸੀ ਜਦੋਂ ਸਿੱਧੂ ਸਾਹਿਬ ਮੰਤਰੀ ਸੀ, ਉਹਨਾਂ ਦਾ ਬਿਆਨ ਆ ਗਿਆ। ਉਹ ਕਹਿੰਦੇ ਹੋ ਗਈ ਮੁਲਾਕਾਤ ਮੇਰੀ ਵੀ, ਐਸੀ ਕਿਹੜੀ ਗੱਲ ਹੈ। ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ ਐਮਐਲਏ ਨੇ, ਕੈਪਟਨ ਸਾਹਿਬ ਦੇ ਪੱਕੇ ਬੰਦੇ, ਉਹ ਵੀ ਕਹਿੰਦੇ ਮੁਲਾਕਾਤ ਹੋ ਗਈ, ਗੱਲ ਕਿਹੜੀ ਆ, ਜਾਵਾਂਗੇ। ਦੁਆਬੇ ਦੇ ਤਕਰੀਬਨ ਸਾਰੇ ਐਮਐਲਏ ਉਹਨਾਂ ਦੀ ਸਟੇਟਮੈਂਟ ਆ ਗਈ ਆ ਕਿ ਭਾਈ ਅਸੀਂ ਜਾ ਰਹੇ ਹਾਂ। ਜਿਨ੍ਹਾਂ ਬੰਦਿਆਂ ਨੂੰ ਕੈਪਟਨ ਸਾਹਿਬ ਦੇ ਐਨ ਪੱਕੇ ਸਮਝਿਆ ਜਾਂਦੇ, ਜਿਹੜੇ ਕਹਿੰਦੇ ਸੀ ਉਨੀ ਦੇਰ ਥੋੜੀ ਮੁਲਾਕਾਤ ਕਰਨੀ ਆ, ਇਹ ਨਾ ਸੋਚੋ ਮੈਂ ਬੜਾ ਮਹਿੰਦਰਾ ਸਾਹਿਬ ਦਾ ਜ਼ਿਕਰ ਕਰਨ ਲੱਗਾ ਕਿ ਜਿੰਨੀ ਦੇਰ ਕੈਪਟਨ ਸਾਹਿਬ ਨਾਲ ਮੁਲਾਕਾਤ ਨਹੀਂ ਹੁੰਦੀ ਆਪਾਂ ਨਹੀਂ, ਫਿਰ ਆਪਣੇ ਹੱਥ ਖੜੇ ਆ, ਉਨੀ ਦੇਰ ਸਾਡੀਆਂ ਕਿਤੇ ਬਾਹਾਂ ਆਕੜੀਆਂ। ਹੁਣ ਸ਼ਾਇਦ ਅੱਜ ਉਹ ਵੀ ਸਮਾਗਮ 'ਚ ਹੋਣ, ਜਿਹੜੇ ਜਾਣਗੇ। ਮੈਨੂੰ ਤਾਂ ਲੱਗਦਾ ਉਹ ਕੱਲ ਦਾ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਬਿਆਨ ਸੀ ਨਾ, ਬ੍ਰਹਮ ਜੀ ਤੇ ਇਦਾਂ ਤੇ ਬ੍ਰਹਮ ਜੀ ਤੇ ਉਦਾਂ, ਹੋ ਸਕਦਾ ਬ੍ਰਹਮ ਜੀ ਨੇ ਫੋਨ ਹੀ ਕਰ ਲਿਆ ਰੰਧਾਵਾ ਸਾਹਿਬ, ਯਾਰ ਪ੍ਰੈਸ ਨੂੰ ਕਾਹਨੂੰ ਦੱਸਣਾ ਸੀ, ਮੈਨੂੰ ਹੀ ਕਹਿ ਦਿੰਦੇ, ਮੈਂ ਆ ਜਾਂਦਾ ਯਾਰ ਸਿੱਧਾ ਹੀ। ਪਰ ਇੱਕ ਚੀਜ਼ ਹੈ ਬਾੜ ਸਾਹਿਬ, ਮੈਨੂੰ ਇਹ ਲੱਗਦਾ ਵੀ ਅੱਜ ਚਲੋ ਤਾਜਪੋਸ਼ੀ ਹੋ ਜਾਣੀ ਹੈ ਸਿੱਧੂ ਸਾਹਿਬ ਦੀ, ਕਾਂਗਰਸ ਪਾਰਟੀ ਨੂੰ ਲੱਗਣਾ ਵੀ ਜਿੱਦਾਂ ਸਾਡੇ 'ਚ ਨਵੀਂ ਰੂਹ ਫੂਕੀ ਗਈ। ਪਰ ਮੈਨੂੰ ਇਹ ਜਾਪਦਾ ਵੀ ਇਹ ਪਤਾ ਨਹੀਂ ਰੂਹ ਫੂਕੀ ਜਾਵੇ, ਕੀ ਹੋਵੇ ਕੀ ਨਾ ਹੋਵੇ, ਪਰ ਜਿਹੜੀ ਚੀਜ਼ ਇਹ ਇੱਦਾਂ ਜਾਪਦਾ ਜਿਵੇਂ ਕਾਂਗਰਸ ਪਾਰਟੀ ਨੂੰ ਇੱਦਾਂ ਲੱਗਦਾ ਵਾਹ ਦਿਨਾਂ ਤੋਂ ਯਾਰ ਤਾਪ ਨਹੀਂ ਲੈਂਦਾ, ਡਾਕਟਰ ਨੇ ਦਵਾਈ ਵੀ ਬਦਲੀ ਆ, ਗੱਲ ਨਹੀਂ ਬਣ ਰਹੀ, ਤੇ ਅਚਾਨਕ ਤੋਂ ਮਰੀਜ਼ ਥੋੜ੍ਹਾ ਜਿਹਾ ਉੱਠ ਕੇ ਆਖੇ ਵੀ ਅੱਜ ਮੈਂ ਥੋੜ੍ਹਾ ਠੀਕ ਹਾਂ, ਕਾਇਮ ਆ, ਇੱਦਾਂ ਕਾਂਗਰਸ ਪਾਰਟੀ ਨੂੰ ਲੱਗਣ ਲੱਗ ਪਿਆ ਸੀ। ਪਰ ਮੈਨੂੰ ਲੱਗਦਾ ਵੀ ਉਹ ਥੋੜ੍ਹੇ ਦਿਨਾਂ ਦੀ ਗੱਲ ਰਹਿਣੀ ਹੈ, ਕਿਉਂਕਿ ਕੱਲ੍ਹ ਦੀ ਜਿਹੜੀ ਉਹ ਘਟਨਾ ਮਾਝੇ ਵਾਲੇ ਇਲਾਕੇ 'ਚ ਇੱਕ ਐਮਐਲਏ ਸਾਹਿਬ ਦੇ ਘਰੇ ਕਹਿੰਦੇ ਵੀ ਜਾਣਾ ਹੈ ਨਾ, ਹੁਣ ਉੱਧਰ ਜਾਣ ਦਾ ਕਰਕੇ ਸਿੱਧੂ ਸਾਹਿਬ ਨੇ ਜਿਸ ਰਸਤੇ 'ਤੇ ਜਾਣਾ ਸੀ ਉਸ ਸੜਕ ਨੂੰ ਛੱਡ ਕੇ ਝਵਾਲ ਵਾਲੀ ਨੂੰ ਤੇ ਦੂਸਰੀ ਤਰਨਤਾਰਨ ਪੱਟੀ ਵਾਲੀ ਸੜਕੇ ਵਲ ਕੇ ਜਾਣ ਵਾਲਾ ਜਿਹੜਾ ਪ੍ਰੋਗਰਾਮ ਬਣਾਉਣਾ ਪਿਆ, ਕਿਉਂਕਿ ਉਹਦੇ 'ਤੇ ਕਹਿੰਦੇ ਵੀ ਕਿਸਾਨ ਖੜੇ ਨੇ, ਤੇ ਉਹ ਕਹਿੰਦੇ ਵੀ ਪੁੱਛਾਂਗੇ ਭਾਈ ਸਾਹਿਬ ਕਿੱਧਰ, ਸਰਕਾਰ ਤੇ ਤੁਹਾਡੀ ਸੀ। ਮੈਨੂੰ ਇਹ ਹੈ ਕਿ ਇਹ ਨਾ ਹੋਵੇ ਕਿ ਵੀ ਅਜੇ ਤਾਂ ਉਦੋਂ ਤੱਤਾ ਬਿਆਨ ਸੀਗਾ ਵੀ ਹਾਂਜੀ ਕੋਈ ਨਹੀਂ ਸਿੱਧੂ ਸਾਹਿਬ ਬਣੇ ਨੇ, ਜਦੋਂ ਫਾਈਨਲੀ ਤਾਜਪੋਸ਼ੀ ਹੋ ਜੇ, ਦੋਵਾਂ ਦੀਆਂ ਇਕੱਠਿਆਂ ਦੀਆਂ ਫੋਟੋਆਂ ਵੀ ਲੋਕੀ ਵੇਖ ਲੈਣ, ਤੇ ਉਦੋਂ ਬਾਅਦ ਅਜੇ ਤੇ ਇੱਕ ਪਾਸੇ ਜਾ ਕੇ ਉਹ ਕਹਿੰਦੇ ਪੁੱਛਣਾ, ਤੇ ਕੱਲ੍ਹ ਨੂੰ ਪੰਜਾਬ 'ਚ ਥਾਂ ਦੇ ਲੋਕ ਫਿਰ ਪੁੱਛਣ ਲੱਗ ਪੈਣ ਵੀ ਹਾਂਜੀ ਕੀ ਬਣਿਆ। ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਠੀਕ ਹੈ, ਤੁਸੀਂ ਕਿਹਾ ਨਾ ਕਿ ਬੁਖਾਰ ਚੜਿਆ ਹੁੰਦਾ ਤੇ ਬੰਦਾ ਕਹਿੰਦਾ ਅੱਜ ਠੀਕ ਹੈ ਉੱਠਾਂ, ਡਾਕਟਰ ਪਤਾ ਕੀ ਕਹਿੰਦੇ ਆ, ਫੜ ਕੇ ਠਾਲਿਓ ਚੱਕਰ ਆਜੂ, ਬਹੁਤ ਤੇਜ਼ ਤੁਰਨ ਦੀ ਲੋੜ ਨਹੀਂ, ਤੇ ਥੋੜਾ ਤੁਰ ਕੇ ਮੁੜ ਕੇ ਰੈਸਟ ਕਰਨੀ ਆ, ਕੰਧ ਫੜ ਕੇ ਤੁਰਨੀ। ਇਹ ਬੁਖਾਰ ਜਿਹੜਾ 4.5 ਸਾਲ ਹੋ ਗਿਆ ਕਾਂਗਰਸ ਪਾਰਟੀ ਨੂੰ ਚੜਿਆ ਸੀ, ਇੱਕੋ ਦਮ ਉੱਠ ਕੇ ਕਿਤੇ ਪੈਰਾਂ ਤੇ ਭਾਰ ਨਾ ਦੇ ਲੈਣ, ਔਖਾ ਹੋ ਜਾਊਗਾ। ਕੰਧ ਫੜ ਕੇ ਤੁਰਨ ਤਾਂ ਚੰਗਾ, ਬਹੁਤ ਜ਼ਿਆਦਾ ਅੱਡੀਆਂ ਚੁੱਕ ਕੇ ਦਾਅਵੇ ਕਰਨ ਦੀ ਲੋੜ ਨਹੀਂ ਹੈ ਜੇ ਕਾਂਗਰਸੀਆਂ ਨੂੰ, ਕਿਉਂਕਿ ਕੰਮ ਕਰਨਾ ਪੈਣਾ, ਲੋਕਾਂ ਨੇ ਕੰਮ ਦੇਖਣਾ ਹੈ। ਬਾਕੀ ਜਿਹੜੇ ਵਿਧਾਨ ਸਭਾ ਹਲਕੇ ਦੀ ਤੁਸੀਂ ਖੇਮ ਕਰਨ ਦੀ ਗੱਲ ਕੀਤੀ, ਸੁਖਪਾਲ ਸਿੰਘ ਭੁੱਲਰ ਹੋਰਾਂ ਦੇ ਘਰੇ ਜਾਣਾ ਸੀ, ਹੁਣ ਉਹ ਹਲਕਾ ਤਾਂ ਪਹਿਲਾਂ ਤੋਂ ਹੀ ਬੜਾ ਚਰਚਾ ਦੇ ਵਿੱਚ ਹੈ, ਕਿਉਂਕਿ ਦੂਜੇ ਪਾਸੇ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਈ ਵਿਰਸਾ ਸਿੰਘ ਬਲਟੋਆ ਹੋਰੀ ਹੁੰਦੇ ਆ। ਵਿਰਸਾ ਸਿੰਘ ਬਲਟੋਆ ਹੋਰੀ ਸਿੱਧੂ ਸਾਹਿਬ ਦੇ ਬਾਰੇ ਕਿੱਦਾਂ ਦੀਆਂ ਸਟੇਟਮੈਂਟਸ ਦਿੰਦੇ ਹੁੰਦੇ ਉਹ ਵੀ ਪਤਾ ਹੈ, ਸਿੱਧੂ ਸਾਹਿਬ ਮੁੜ ਕੇ ਫਿਰ ਜਵਾਬੀ ਫਾਇਰ ਕਿੱਦਾਂ ਦਾ ਕਰਦੇ ਹੁੰਦੇ ਉਹ ਵੀ ਸਾਰਿਆਂ ਨੂੰ ਪਤਾ ਹੈ। 3.5 ਘੰਟੇ ਵੱਧ ਲੱਗੇ ਕਿਉਂਕਿ ਕਿਸਾਨਾਂ ਨੇ ਰਾਹ ਦੇ ਵਿੱਚ ਖੜ ਕੇ ਪੁੱਛਣਾ ਸੀ, ਪਹਿਲਾਂ ਖਟਕੜ ਕਲਾਂ, ਹੁਣ ਇੱਧਰ। ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਇਹ ਮੰਨ ਕੇ ਚੱਲਣਾ ਪਊਗਾ ਕਿ ਭਾਈ ਇਹਨਾਂ ਤੋਂ ਬਚ ਕੇ ਨਹੀਂ ਤੁਰਿਆ ਜਾ ਸਕਦਾ, ਗੱਲ ਤਾਂ ਕਿਸਾਨਾਂ ਦੇ ਮੁੱਦੇ ਤੇ ਕਰਨੀ ਪਊਗੀ। ਠੀਕ ਹੈ ਤੁਸੀਂ ਸਮਾਂ ਲੈਣਾ, 2-3 ਦਿਨ ਲੈ ਲਓ, ਪਰ ਕਿੰਨੀ ਕੁ ਦੇਰ ਆਪਾਂ ਰਾਹ ਬਦਲ ਕੇ ਨਿਕਲਾਂਗੇ, ਸਟੈਂਡ ਦਾ ਕਲੀਅਰ ਹੋਣਾ ਚਾਹੀਦਾ ਨਾ। ਉਹਨਾਂ ਨੇ ਵੀ ਕੁਝ ਕਹਿਣਾ ਨਹੀਂ ਹੈ, 2-4-10 ਸਵਾਲ ਹੋਣਗੇ, ਜਵਾਬ ਦੇ ਦਿਓ, ਜਵਾਬ ਉਦਾਂ ਦੇ ਦਿਓ ਜਿਹੜੇ ਪੂਰੇ ਕਰ ਸਕੋ। ਇੱਕੋ ਹੀ ਸਵਾਲ ਹੈ, ਇਹ ਤਾਂ ਬਦਲ ਗਿਆ ਨਾ। ਉਹ ਜਿਹੜੀ ਉੱਡਦੀ ਗੱਲ ਤਾਂ ਪਹਿਲਾਂ ਇਹ ਸੀ ਵੀ ਸ਼ਾਇਦ ਉਹ ਖੇਤੀ ਕਾਨੂੰਨਾਂ ਦਾ ਕਰਕੇ, ਪਰ ਮੈਨੂੰ ਲੱਗਦਾ ਉਹ ਖੇਤੀ ਕਾਨੂੰਨਾਂ ਨਾਲ ਹੀ ਗੱਲ ਨਹੀਂ ਹੈਗੀ, ਇਹ ਉੱਦਾਂ ਹੀ ਹੋਇਆ ਜਿੱਦਾਂ ਉਹ ਕਹਿੰਦੇ ਵੀ ਤਾਪ ਤੇ ਚੜ੍ਹਦਾ ਸੀ, ਪਤਾ ਲੱਗਾ ਗੱਲ ਕੀ, ਉਹ ਕਹਿੰਦੇ ਉਹ ਨਿੱਕੇ ਹੁੰਦੇ ਜਿਹੜੀ ਸੱਟ ਲੱਗੀ ਸੀ ਨਾ ਉਹਦਾ ਕਰਕੇ। ਇਹ ਨਿੱਕੇ ਹੁੰਦੇ ਵਾਲੀ ਸੱਟ ਜਿਹੜੀ 2017 'ਚ ਲੱਗੀ ਸੀ ਨਾ, ਜਿਹਦੇ 'ਚ ਕਲੀਅਰ ਕੱਟ ਕੈਪਟਨ ਸਾਹਿਬ ਨੇ ਕਿਹਾ ਸੀ ਵੀ ਬਿਲਕੁਲ ਲੀਕ ਫੇਰ ਦੇਣੀ ਹੈ, ਕੋਈ ਲੋੜ ਨਹੀਂ ਕਿਸੇ ਨੂੰ ਕੋਈ ਕਰਜ਼ਾ ਦੇਣ ਦੀ, ਕੋਈ ਲੋੜ ਨਹੀਂ ਕਿਸੇ ਨੂੰ ਫਿਕਰ ਕਰਨ ਦੀ, ਪੰਜਾਬ ਸਰਕਾਰ ਮੋੜੂਗੀ। ਹੁਣ ਅਗਲੇ ਦੇ ਪੁੱਛਣਗੇ ਵੀ ਮਹਾਰਾਜ 4.5 ਸਾਲ ਹੋ ਗਏ, ਸਾਡੇ ਵਾਲਾ ਕਰਜ਼ਾ ਕਦੋਂ ਮੋੜਨਾ? ਨਹੀਂ, ਜ਼ਰੂਰ ਪੁੱਛਣ ਦੀ ਗੱਲ ਹੈ। ਤੇ ਸਿੱਧੂ ਸਾਹਿਬ ਹੁਣ ਇਹ ਸਮਝ ਲੈਣ ਕਿ ਅੱਜ ਜਦੋਂ ਹੁਣ ਤੋਂ 4 ਘੰਟੇ ਬਾਅਦ ਰਜਿਸਟਰ ਦੇ ਉੱਤੇ ਸਾਈਨ ਹੋ ਜਾਣੇ, ਓਫੀਸ਼ੀਅਲੀ ਪ੍ਰੈਜ਼ੀਡੈਂਟ ਉਹਨਾਂ ਨੇ ਬਣ ਜਾਣਾ ਤੇ 58, 59, 60, 62 ਵਿਧਾਇਕ ਵੀ ਨਾਲ ਹੋਣੇ ਆ। ਉਹਦੇ ਤੋਂ ਬਾਅਦ ਫਿਰ ਅਸਲੀ ਕੰਮ ਸ਼ੁਰੂ ਹੋਣਾ ਹੈ, ਤੇ ਉਹ ਅਸਲੀ ਕੰਮ ਸ਼ੁਰੂ ਹੋ ਗਿਆ ਚੁਣੌਤੀਆਂ ਦਾ। ਭਗਵੰਤ ਮਾਨ ਸਾਹਿਬ ਦਾ ਬਿਆਨ ਆਉਂਦਾ ਤੇ ਉਹ ਸਿੱਧੇ ਰੂਪ ਦੇ ਵਿੱਚ ਸਿੱਧੂ ਸਾਹਿਬ ਦੇ ਖਿਲਾਫ ਬੋਲਦੇ ਕਿ ਭਾਈ ਕਰਕੇ ਦਿਖਾਓ। ਦੂਸਰੇ ਪਾਸੇ ਜੇ ਹਰਪਾਲ ਸਿੰਘ ਚੀਮਾ ਸਾਹਿਬ ਬੋਲਦੇ ਆ ਤੇ ਉਹ ਕਹਿੰਦੇ ਮਾਫੀ ਮੰਗਣ, ਕਿਉਂਕਿ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਤੁਹਾਡੀ ਪਾਰਟੀ ਦੀ ਸਰਕਾਰ ਹੈ। ਜੇ ਉਧਰਲੇ ਪਾਸਿਓਂ ਡਾਕਟਰ ਦਲਜੀਤ ਸਿੰਘ ਚੀਮਾ ਬੋਲਦੇ ਆ, ਉਹ ਵੀ ਇਹਨਾਂ ਦੇ ਖਿਲਾਫ ਬੋਲਦੇ ਆ। ਜੇ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਿਆਨ ਆਉਂਦਾ, ਜਾਣੀ ਕਿ
ਦੋ ਹੀ ਮੁੱਖ ਵਿਰੋਧੀ ਧਿਰਾਂ ਨੇ ਕਾਂਗਰਸ ਦੀਆਂ, ਅਕਾਲੀ ਦਲ ਤੇ ਆਮ ਆਦਮੀ ਪਾਰਟੀ, ਦੋਨਾਂ ਦੇ ਨਿਸ਼ਾਨੇ ਤੇ ਜੇ ਪਹਿਲਾਂ ਕੈਪਟਨ ਸਾਹਿਬ ਹੁੰਦੇ ਸੀ ਤੇ ਹੁਣ ਸਿੱਧੂ ਸਾਹਿਬ ਹੈ, ਕਿਉਂਕਿ ਪਤਾ ਉਹਨਾਂ ਨੂੰ ਹੈਗਾ ਕਿ ਕਾਂਗਰਸ ਪਾਰਟੀ ਛੋਟਾ ਖਤਰਾ ਹੈ ਭਾਵੇਂ ਵੱਡਾ ਖਤਰਾ, ਪਰ ਸਿੱਧੂ ਸਾਹਿਬ ਦੇ ਪ੍ਰਧਾਨ ਬਣਨ ਦੇ ਨਾਲ ਖਤਰਾ ਥੋੜਾ ਜਿਹਾ ਵੱਡਾ ਹੋਇਆ ਹੈ। ਜਿਹੜੀ ਇੱਕ ਬਹੁਤ ਵੱਡੀ ਨਿਰਾਸ਼ਾ ਜੀ ਹੁੰਦੀ ਹੈ, ਉਸ ਨਿਰਾਸ਼ਾ ਦੇ ਵਿੱਚੋਂ ਵਰਕਰਾਂ ਨੂੰ ਕੱਢਣ ਦੀ ਜਿਹੜੀ ਇੱਕ ਕੋਸ਼ਿਸ਼ ਵੀ ਕਿਹਾ ਜਾ ਸਕਦਾ। ਇਸੇ ਕਰਕੇ ਹੁਣ ਉਂਗਲਾਂ ਇਧਰਲੇ ਪਾਸੇ ਉੱਠਣੀਆਂ, ਡਿਪੈਂਡ ਕਰੂਗਾ ਕਿ ਅੱਜ ਜਦੋਂ ਜ਼ਿੰਮੇਵਾਰੀ ਦਾ ਭਾਰ ਚੱਕ ਲੈਣਾ, ਚੁਣੌਤੀਆਂ ਦਾ ਭਾਰ ਵੱਧ ਜਾਣਾ, ਕੌਣ ਆਉਂਦਾ ਹੈ ਕੌਣ ਨਹੀਂ ਆਉਂਦਾ, ਸਟੇਟਮੈਂਟ ਕਿੱਦਾਂ ਦੀ ਰਹਿੰਦੀ ਹੈ, ਕੌਣ ਸਿੱਧੂ ਸਾਹਿਬ ਦੇ ਨਾਲ ਦੋ ਉਂਗਲਾਂ ਦੇ ਨਾਲ ਹੱਥ ਮਿਲਾਉਂਦਾ ਹੈ, ਕੌਣ ਪੂਰੇ ਜਿਹੜੇ ਹੱਥ ਦੇ ਨਾਲ ਮਿਲਾਉਂਦਾ ਹੈ, ਕੌਣ ਜੱਫੀ ਪਾਉਂਦਾ ਹੈ ਤੇ ਕੌਣ ਇਦਾਂ ਵੀ ਕਰਦਾ ਹੈ। ਉਹਦੇ ਤੋਂ ਬਾਅਦ ਅਸਲੀ ਚੁਣੌਤੀ ਕਿ ਪੰਜਾਬ ਦੇ ਲੋਕਾਂ ਨੂੰ ਇਦਾਂ ਕਰਨ ਦਾ ਮੌਕਾ ਕਦੋਂ ਦੇਣਾ ਹੈ, ਇਹ ਤਾਂ ਦੱਸੂਗਾ ਸਮਾਂ। ਆ ਜਾਓ। ਪਰ ਬਾਕੀ ਰਹੀ ਗੱਲ ਇਹ ਕਿ ਵੀ ਇਸ ਕਰਕੇ ਵੀ ਵਧਣ ਦੇ ਅਸਾਰ ਚਾਂਸ ਜ਼ਿਆਦਾ ਨੇ, ਕਿਉਂਕਿ ਕਿਸਾਨਾਂ ਵਾਲਾ ਕੰਮ ਉਧਰੋਂ ਗਰਮ ਹੋ ਗਿਆ ਨਾ। ਦਿੱਲੀ ਦੇ ਵਿੱਚ ਕੱਲ ਦਾ ਦਿਨ ਲੰਘ ਗਿਆ, ਪਹਿਲਾ ਦਿਨ ਵਾਲੇ ਕਿਸਾਨ ਪਾਰਲੀਮੈਂਟ ਹੋਈ ਜੀ, ਅੱਜ ਦੂਸਰਾ ਦਿਨ ਹੋਣਾ, 200 ਬੰਦਾ ਫੇਰ ਤਿਆਰ ਆ ਜਿਨ੍ਹਾਂ ਨੇ ਜਾਣਾ ਉੱਥੇ। ਹੁਣ ਗੱਲ ਇਹ ਆ ਕਿ ਵੀ ਇੱਕ ਪਾਰਲੀਮੈਂਟ ਉਹ ਜਿਹਦੇ 'ਚ ਦੇਸ਼ ਭਰ ਤੋਂ ਚੁਣੇ ਹੋਏ ਨੁਮਾਇੰਦੇ ਕਹਿੰਦੇ ਵੀ ਅਸੀਂ ਗੱਲ ਕਰਾਂਗੇ, ਉੱਥੇ ਕੋਈ ਗੱਲ ਹੁੰਦੀ ਨਹੀਂ, ਕਿਉਂਕਿ ਗੱਲ ਹੋਣ ਲੱਗਦੀ ਹੈ ਨਾਲ ਹੀ ਰੌਲਾ ਪੈ ਜਾਂਦਾ। ਉਹ ਕਹਿੰਦੇ ਨਹੀਂ 2 ਘੰਟੇ ਲਈ ਫਿਰ ਆਪਾਂ ਉੱਠ ਪਈਏ, ਫਿਰ ਆਵਾਂਗੇ ਚਾਹ ਪੀਏ। ਹਾਂ ਚਾਹ ਪੀਏ। ਉਹ ਕਹਿੰਦੇ ਜੀ ਹੁਣ ਬੈਠੇ ਨਹੀਂ ਪਹਿਲਾਂ ਕਿਸਾਨਾਂ ਦੀ ਗੱਲ, ਉਹ ਯਾਰ ਤੁਸੀਂ ਫਿਰ ਕਿਸਾਨਾਂ ਦੀ ਗੱਲ ਕਰਨ ਲੱਗ ਜਾਂਦੇ ਹੋ, ਆਪਾਂ 2 ਘੰਟੇ ਲਈ ਫਿਰ ਛੁੱਟੀ ਲੈਣੇ। ਉਦੋਂ ਦੁੱਧ ਪਿਆ ਸੀ, ਹੁਣ ਤਾਜ਼ਾ ਆ ਗਿਆ, ਚਾਹ ਪੀਏ। ਉਹ ਜਿਹੜਾ 2 ਘੰਟੇ ਕਰਕੇ ਤੇ ਕੱਲ ਦੀ ਪਾਰਲੀਮੈਂਟ ਦੀ ਕਾਰਵਾਈ ਉਧਰ ਤੇ ਹੋਈ ਨਹੀਂ, ਪਰ ਕਿਸਾਨ ਪਾਰਲੀਮੈਂਟ ਕਹਿੰਦੇ ਵੀ ਠੀਕ ਚੱਲੀ। ਸੰਧਾਲੀਆ ਸਾਹਿਬ, ਬਹੁਤ ਸਾਰੇ ਲੋਕਾਂ ਦਾ ਸਵਾਲ ਸੀ ਕਿ ਪਾਰਲੀਮੈਂਟ ਘੇਰੋ, ਇਹ ਕੀ ਗੱਲ ਹੈ ਕਿ ਤੁਸੀਂ 200 ਬੰਦਾ ਜੰਤਰ ਮੰਤਰ ਤੇ ਬਹਿ ਕੇ ਆ ਜਾਓ। ਪਰ ਕਿਉਂਕਿ ਲੀਡਰਾਂ ਦੇ ਜਿਹੜੇ ਉਹ ਸਿਰ ਦੇ ਵਾਲ ਧੁੱਪੇ ਨਹੀਂ ਚਿੱਟੇ ਹੋਏ, ਉਹਨਾਂ ਨੇ ਡਾਂਗਾਂ ਵੀ ਖਾਧੀਆਂ, ਉਹਨਾਂ ਨੇ ਜੇਲਾਂ ਵੀ ਕੱਟੀਆਂ, ਉਹਨਾਂ ਨੇ ਬੱਟਾਂ ਜਿਹੜੀਆਂ ਜਿੱਥੋਂ ਰਹਿ ਜਾਂਦਾ ਹੁੰਦਾ ਕੂਨੇ ਤੋਂ ਕੰਮ, ਜਿੱਥੋਂ ਜਿੰਦਰਾ ਨਹੀਂ ਕੰਮ ਚਲਾਉਂਦਾ ਉੱਥੇ ਹੱਥਾਂ ਦੇ ਨਾਲ ਜਿਹੜੇ ਰੱਟਣ ਵੀ ਉਹਨਾਂ ਦੇ ਪੈ ਸੀ, ਕਈ ਦੇ ਨਾਲ ਉਹਨਾਂ ਨੇ ਬੱਟਾਂ ਪਾਈਆਂ ਵੀ ਆ, ਖੂੰਜੇ ਬਣਾਏ ਆ ਜਿਹੜੇ। ਉਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਤੁਸੀਂ ਦੇਖੋ ਕਿ ਕਮਾਲ ਦੀ ਗੱਲ, ਕੱਲ ਆਪਾਂ ਬਲਵੀਰ ਸਿੰਘ ਰਾਜੇਵਾਲ ਸਾਹਿਬ ਦੇ ਇੱਕ ਬਿਆਨ ਦਾ ਜ਼ਿਕਰ ਕੀਤਾ ਸੀ। ਉਹ ਕਹਿੰਦੇ ਸੀ ਮੈਂ ਕਾਂਗਰਸੀਆਂ ਨੂੰ ਅੱਜ ਹੀ ਕਹਿ ਦਿੰਦਾ ਹੀ ਕਿ ਤੁਸੀਂ ਪੰਜਾਬ ਵਾਲਿਆਂ ਦੇ ਹੱਥ 'ਚ ਤਖਤੀਆਂ ਫੜਾ ਦਿੰਦੇ ਹੋ ਆਪਣੇ ਐਮਪੀਜ਼ ਦੇ, ਕਿ ਖੇਤੀ ਕਾਨੂੰਨਾਂ ਤੇ ਗੱਲ ਕਰੀਓ, ਬਾਕੀ ਕੁਝ ਹੋਰ ਕਰੀ ਜਾਂਦੇ ਹੋ। ਐਤਕੀ ਦੇਖ ਲਓ ਸੰਧਾਲੀਆ ਸਾਹਿਬ ਕੀ ਅਸਰ ਹੋ ਰਿਹਾ ਇਸ ਕਿਸਾਨ ਮੋਰਚੇ ਦਾ ਸਿਆਸਤ ਦੇ ਉੱਤੇ। ਅਜੇ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਨਹੀਂ ਸੀ ਹੋਇਆ, ਜਾਨੀ ਰਾਜੇਵਾਲ ਸਾਹਿਬ ਦੇ ਬਿਆਨ ਨੂੰ 14 ਘੰਟੇ ਹੋਏ ਸੀ ਅਜੇ, ਤੇ ਫਿਰ ਮਹਾਤਮਾ ਗਾਂਧੀ ਹੋਰਾਂ ਦੇ ਬੁੱਤ ਦੇ ਕੋਲੇ ਕਾਂਗਰਸ ਪਾਰਟੀ ਦੇ ਕਿੰਨੇ ਹੀ ਐਮਪੀ ਖੜੇ, ਤੇ ਉਹਨਾਂ ਦੇ ਵਿੱਚ ਰਾਹੁਲ ਗਾਂਧੀ ਖੜੇ, ਉਹਨਾਂ ਦੇ ਵਿੱਚ ਪੰਜਾਬ ਵਾਲੇ ਵੀ ਖੜੇ, ਹਰਿਆਣੇ ਵਾਲੇ ਵੀ ਖੜੇ, ਬਾਕੀ ਪਾਸੇ ਵਾਲੇ ਵੀ ਖੜੇ, ਤੇ ਸਾਰਿਆਂ ਦੇ ਹੱਥ ਦੇ ਵਿੱਚ ਖੇਤੀ ਕਾਨੂੰਨ ਦੀਆਂ ਤਖਤੀਆਂ ਫੜੀਆਂ ਕਿ ਅਸੀਂ ਤਾਂ ਇਹਦੇ ਤੇ ਹੀ ਗੱਲ ਕਰਨੀ ਹੈ, ਅਸੀਂ ਕਿਸੇ ਹੋਰ ਤੇ ਗੱਲ ਨਹੀਂ ਕਰਨੀ। ਜਾਣੀ ਕਿ ਕਿਸਾਨ ਪਾਰਲੀਮੈਂਟ ਲੱਗਣ ਦਾ ਪਹਿਲਾ ਅਸਰ, ਅਜੇ ਪਾਰਲੀਮੈਂਟ ਉਦੋਂ ਸ਼ੁਰੂ ਨਹੀਂ ਸੀ ਹੋਈ ਕਿਸਾਨਾਂ ਦੀ, ਉਹ ਰਾਹ 'ਚ ਹੀ ਸੀਗੇ ਘੁੰਮਦੇ, ਅੰਦਰਲੇ ਪਾਸੇ ਅਸਰ ਹੋਣਾ ਸ਼ੁਰੂ ਹੋ ਗਿਆ। ਸੁਖਬੀਰ ਸਿੰਘ ਬਾਦਲ ਸਾਹਿਬ, ਬਾਕੀ ਸਾਰੇ ਬੰਦੇ, ਇੰਦਰ ਗੁਜਰਾਲ ਹੋਰਾਂ ਦੇ ਬੇਟੇ ਨਰੇਸ਼ ਗੁਜਰਾਲ ਹੋਰੀ, ਬੀਬੀ ਹਰਸਿਮਰਤ ਕੌਰ ਬਾਦਲ, ਭੂੰਦੜ ਸਾਹਿਬ, ਉਹ ਸਾਰੇ ਜਣੇ ਫਿਰ ਗੇਟ ਦੇ ਉੱਤੇ ਤਖਤੀਆਂ ਲੈ ਕੇ ਖੜੇ, ਤੇ ਨਰਿੰਦਰ ਸਿੰਘ ਤੋਮਰ ਹੋਰੀ ਜਦੋਂ ਲੰਘੇ ਤਾਂ ਫਿਰ ਕਿਹਾ ਮਾੜਾ ਜਿਹਾ ਤੱਕ ਕੇ ਜੀ, ਇੱਕ ਤੱਕਣੀ ਇੱਧਰ ਪਾਇਓ ਜੀ, ਇੰਗਲਿਸ਼ 'ਚ ਹੀ ਲਿਖਿਆ ਪੜ੍ਹ ਹੋ ਜਾਣਾ ਜੀ, ਮਾੜਾ ਜਿਹਾ ਪੜ੍ਹ ਕੇ ਜਾਇਓ। ਭਗਵੰਤ ਮਾਨ ਸਾਹਿਬ ਨੇ ਤਾਂ ਪ੍ਰੈਸ ਕਾਨਫਰੰਸ ਹੀ ਕਰ ਦਿੱਤੀ। ਜਾਣੀ ਅਸਰ ਦੀ ਜੇ ਗੱਲ ਕਰੀਏ, ਮੈਨੂੰ ਤੇ ਹੋਰ ਗੱਲ ਲੱਗਦੀ ਹੈ ਜਦੋਂ ਤੋਮਰ ਸਾਹਿਬ ਲਾਗੋਂ ਦੀ ਲੰਘਦੇ ਹੋਣੇ, ਉਹ ਇੱਕ ਵਾਰ ਕਹਿੰਦੇ ਨੇ ਬਾਦਲ ਸਾਹਿਬ ਰੋਜ਼ ਆਪ ਆ ਜਾते हो यार ऐसे ही, मुझे याद है वो दिन जब आप थे वहाँ पे, चलो कोई बात नहीं, फिर मिलते हैं, मर्जी है आपकी। हाँ ठीक है आप उधर भी थे, आप इधर भी हैं, आप इधर भी हैं, चलो ठीक है। हो सकता बाद जो कहना भी अच्छा ये काम जब निपट जाए तो शाम को बैठते हैं फिर चाय पीते हैं ना, ਅਸੀਂ ਨਹੀਂ ਚਾਹ ਪੀਣੀ, ਅਸੀਂ ਤਾਂ ਹੁਣ ਪੰਜਾਬ 'ਚ ਆ। ਸੰਧਾਲੀਆ ਸਾਹਿਬ, ਕੁੱਲ ਮਿਲਾ ਕੇ ਹਾਂ ਅਸਰ ਤਾਂ ਨਜ਼ਰ ਆਇਆ ਨਾ? ਨਹੀਂ ਅਸਰ ਪੂਰਾ ਨਜ਼ਰ ਆਇਆ। ਅਸਰ ਤੇ ਇਹੋ ਜਿਹਾ ਨਜ਼ਰ ਆਇਆ ਵੀ ਦੇਖੋ ਅਸਰ ਦੇ ਚੱਕਰ ਦੇ ਵਿੱਚ ਇਹ ਵੀ ਜਾਪਦਾ ਵੀ ਹੁਣ ਉੱਥੇ ਜਦੋਂ ਕਾਂਗਰਸ ਦੀ ਤੁਸੀਂ ਗੱਲ ਕਰਦੇ ਸੀ, ਹੋ ਸਕਦਾ ਵੀ ਜਦੋਂ ਇੱਧਰੋਂ ਤਿਆਰੀ ਤੁਰੀ ਕਰਕੇ ਗਏ ਹੋਣ ਨਾ ਤੇ 5-4 ਐਮਪੀ ਸਾਹਿਬਾਨਾਂ ਨੇ ਤਿਆਰ ਕਰ ਲਿਆ ਹੋਏ ਉਹ ਪੈਗਾਸਸ ਮਾਮਲੇ ਪਰ ਮੈਂ ਬੋਲੂੰਗਾ आज, मैं बताऊंगा कैसे जासूसी की आपने राहुल गांधी की। उधरों फोन आ गया ना, वो ना बोर्ड लैके तो उत्थे मूर्ति के कोल पहुंच जाओ। ये ऐसे कैसे, वहाँ पर क्या करना है, वो किसानों की बात करनी नहीं, मैंने तो तैयारी वहां पर की थी सर, जासूसी मामले में। होगा जासूसी रहने दे तो इधर आ जा, ਕਿਸਾਨਾਂ ਦੇ ਜਸੂਸ ਤੁਰੇ ਫਿਰਦੇ ਨਾ। ਸੰਧਾਲੀ ਸਾਹਿਬ, ਹੋ ਸਕਦਾ ਕਿ ਉੱਥੇ ਸਾਰੇ ਐਮਪੀ ਕਾਂਗਰਸ ਦੇ ਖੜੇ ਹੋਣ ਤੇ ਉਹਦੇ ਵਿੱਚੋਂ ਪੰਜਾਬ ਵਾਲੇ ਐਂ ਦੇਖਦੇ ਹੋਣੇ, ਉਹ ਇਹਨੂੰ ਪਰੇ ਰੱਖ, ਥੱਲੇ ਆ ਫੜ ਯਾਰ ਮੇਰੇ ਵਾਲਾ, ਕਿ ਜਸੂਸੀ ਵਾਲਾ ਬੋਰਡ ਜਾਂ ਪਰੇ ਰੱਖਦੇ, ਨਹੀਂ ਤਾਂ ਕੰਮ ਖਰਾਬ ਹੋ ਜਾਊਗਾ, ਅਸੀਂ ਤੁਹਾਨੂੰ ਵੀ ਪ੍ਰਚਾਰ ਲਈ ਸਦਨਾ, ਅਗਲਿਆਂ ਵੜਨ ਨਹੀਂ ਦੇਣਾ ਜੀ। ਆਹੋ, ਇਸ ਕਰਕੇ ਬਹੁਤ ਜ਼ਰੂਰੀ ਹੈ। ਤੇ ਉਹ ਕਹਿੰਦੇ ਨੇ ਵੀ ਠੀਕ ਹੈ ਯਾਰ, ਚਲੋ ਇਹ ਵੀ ਪੰਗਾ ਪਾ ਲਓ। ਇਹ ਵੀ ਗੱਲ ਹੋ ਸਕਦੀ ਵੀ ਅੰਦਰ ਖਾਤੇ ਉਹ ਪੁੱਛਦੇ ਹੋਣ नहीं वो राहुल जी ने यहाँ क्यों खड़ा किया यार, आज कोई चक्कर है, कोई किसान तो नजर नहीं आ रहे, खुद आ गए वो तो। हाँ, वो जंतर मंतर में बैठे हैं वहाँ पे। अच्छा ਸੰਧਾਲੀਆ ਸਾਹਿਬ, ਜੀ ਜੀ ਅਸਰ ਹੋਇਆ। ਇੱਕ ਮੈਂ ਗੱਲ ਭਗਵੰਤ ਮਾਨ ਹੋਰਾਂ ਦੀ ਪ੍ਰੈਸ ਕਾਨਫਰੰਸ ਦੀ ਜ਼ਰੂਰ ਆਪਾਂ ਕਰ ਲਈਏ। ਨਹੀਂ ਉਹ ਤੇ ਜ਼ਰੂਰੀ ਹੈ ਭਾਈ ਸਾਹਿਬ। ਕੀ ਕਹਿੰਦੇ ਫਿਰ? ਦੇਖੋ ਕਹਿੰਦੇ ਕਾਦੇ, ਉਹਦੇ ਬੰਦਾ ਉਦੋਂ ਦਾ ਕਾਗਜ਼ ਚੁੱਕੀ ਫਿਰਦਾ ਹੋ ਸਕਦਾ
ਹੋ ਸਕਦਾ ਮੋਦੀ ਸਾਹਿਬ ਕਿਤੇ ਬਾਅਦ ਦੇ ਵਿੱਚ ਸੋਚਦੇ ਹੋਣ ਵੀ ਯਾਰ ਮੇਰੀ ਗੱਲ ਸੁਣੋ, ਉੱਥੇ ਕੀ ਕਾਰਵਾਈ ਹੋਣੀ ਹੈ ਕੀ ਨਹੀਂ ਹੋਣੀ, ਭਾਵੇਂ ਸਾਰਿਆਂ ਨੂੰ ਦੇ ਦਿਆ ਕਰੋ, ਇਹ ਬੰਦੇ ਨੂੰ ਕਾਗਜ਼ ਨਹੀਂ ਦੇਣਾ ਯਾਰ। ਇਹ ਪਹਿਲਾਂ ਹੀ ਚੱਕ ਲੈਂਦੇ, ਪਹਿਲਾਂ ਹੀ ਜਾ ਕੇ ਉੱਥੇ ਵਿਖਾਉਣਾ ਸ਼ੁਰੂ ਕਰਦਾ, ਆਹ ਦੇਖੋ ਕੀ ਲਿਖਿਆ, ਆਹ ਦੇਖੋ ਕੀ ਲਿਖਿਆ। ਹੁਣ ਦੇਖੋ ਪ੍ਰੈਸ ਕਾਨਫਰੰਸ ਦੇ ਵਿੱਚ ਬੰਦੇ ਨੇ ਜਿਹੜਾ ਇਲਜ਼ਾਮ ਲਾਇਆ ਹੈ ਤੇ ਗੱਲ ਧਿਆਨ ਮੰਗਦੀ, ਉਹ ਕਹਿੰਦੇ ਇਹ ਵੀ ਦੇਖੋ, ਜਦੋਂ ਮੇਰਾ ਖਿਆਲ ਉਹ ਮੀਟਿੰਗ ਦੇ ਵਿੱਚ ਕਲੀਅਰ ਕੱਟ ਫੈਸਲਾ ਹੋ ਗਿਆ ਸੀ ਵੀ ਕਿਸਾਨਾਂ ਦੀਆਂ ਆਹ ਮੰਗਾਂ ਨੇ, ਇਹਦੇ ਜੋ 2 ਤੇ ਮੰਗਾਂ ਮੰਨ ਲੀਆਂ 50% ਹੋ ਗਏ, 50% ਹੋ ਗਏ, ਇੱਕੋ ਹੀ ਰਹਿ ਗਈ। ਉਹ ਜਿਹੜੀਆਂ 2 ਮੰਗਾਂ ਸੀ ਉਹਦੇ ਚ ਇਹ ਸੀ ਵੀ ਇੱਕ ਤਾਂ ਜਿਹੜਾ ਜੀ 에ਅਰ ਪੋਲਿਊਸ਼ਨ ਹੁੰਦਾ ਨਾ ਜੀ, ਵੀ ਕਿਸਾਨ ਪਰਾਲੀ ਸਾੜਦੇ ਨੇ, ਨਾੜ ਨੂੰ ਅੱਗ ਲਾਉਂਦੇ ਨੇ, ਤੇ ਹੁਣ ਜੇ ਕੋਈ ਫੜਿਆ ਗਿਆ ਤੇ ਜੁਰਮਾਨਾ ਹੋਊ ਕਰੋੜਾਂ ਰੁਪਈਆਂ ਦਾ। ਉਦੋਂ ਚ ਰੌਲਾ ਪਿਆ, ਉਹ ਕਹਿੰਦੇ ਨੇ ਵੀ ਕਿਸਾਨਾਂ ਨੂੰ ਬਾਹਰ ਕੱਢੋ, ਕਿਤੇ ਕੱਢ ਦਿੰਦੇ, ਇਹਦੇ ਚ ਕਿਹੜੀ ਗੱਲ। ਫਿਰ ਇੱਕ ਰੌਲਾ ਇਹ ਵੀ ਪਿਆ ਸੀਗਾ ਵੀ ਇਹ ਜਿਹੜਾ ਮਹਾਰਾਜ ਬਿਜਲੀ ਹੈ ਨਾ, ਇਹ ਦੇਖੋ ਕਿਸਾਨਾਂ ਨੂੰ ਉੱਥੇ ਪੰਜਾਬ ਫ੍ਰੀ ਦੇ ਰਿਹਾ, ਤੇ ਹੁਣ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਆਉਣਾ ਉਹਦੇ ਹਿਸਾਬ ਨਾਲ ਜਦੋਂ ਕੇਂਦਰੀ ਪੂਲ 'ਚ ਸਾਰਾ ਕੁਝ ਚੱਲ ਗਿਆ ਤੇ ਸਬਸਿਡੀ ਮੁੱਕਣੀ ਜੀ। ਉਹ ਕਹਿੰਦੇ ਨਹੀਂ ਇਹ ਵੀ ਨਹੀਂ ਆਪਾਂ ਬਿੱਲ ਲੈ ਕੇ ਆਉਣਾ, ਲਓ ਗੱਲ ਨਿਬੜ ਗਈ। ਪਰ ਹੁਣ ਭਗਵੰਤ ਮਾਨ ਸਾਹਿਬ ਨੇ ਇਲਜ਼ਾਮ ਲਾਇਆ ਕਿ ਆਹ ਕਾਗਜ਼ ਹੈ, 3 ਨੰਬਰ ਦੇ ਉੱਪਰ ਬਿੱਲ ਉਹੀ ਹੈ ਜਿਹਦੇ 'ਚ 에ਅਰ ਪੋਲਿਊਸ਼ਨ ਦੀ ਗੱਲ ਹੋਣੀ ਹੈ, ਤੇ 29 ਚੋਂ 27ਵੇਂ ਨੰਬਰ ਦੇ ਉੱਪਰ ਬਿੱਲ ਉਹ ਹੈ ਜਿਹਦੇ 'ਚ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਹੈ। ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੇ ਸਰਕਾਰ ਨੇ ਉਦੋਂ ਵਾਅਦੇ ਕੀਤੇ ਸੀ ਵੀ ਆਹ ਦੋ ਬਿੱਲ ਆਪਾਂ ਨਹੀਂ ਲਿਆਵਾਂਗੇ, ਕਾਨੂੰਨ ਨਹੀਂ ਬਣਾਵਾਂਗੇ, ਮੌਨਸੂਨ ਸੈਸ਼ਨ 'ਚ ਉਦੋਂ ਜਦੋਂ ਕਿਸਾਨ ਅਜੇ ਉੱਥੇ ਹੀ ਬੈਠੇ ਨੇ, ਉਹਨਾਂ ਨੂੰ ਫਿਰ ਜੇ ਪਾਰਲੀਮੈਂਟ ਦੇ ਵਿੱਚ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਸਰਕਾਰ ਕਿੰਨੀ ਕੁ ਸੁਹਿਰਦ ਹੈ। ਤੇ ਤੋਮਰ ਸਾਹਿਬ ਜਿਹੜਾ ਕਹਿੰਦੇ बात करनी चाहते हैं तो वो आ जाएं, दरवाजे खुले हैं पर दरवाजा कॉल की दूरी पर पता नहीं वो ਕਿਹੜਾ ਦਰਵਾਜ਼ਾ ਖੋਲ ਕੇ ਗੱਲ ਕਰਨ ਨੂੰ ਤਿਆਰ ਆ ਤੇ ਦਰਵਾਜ਼ੇ ਬੰਦ ਕਰਕੇ ਅੰਦਰ ਆ ਕੋ ਚਲੀ ਜਾਂਦਾ। ਸੰਧਾਲੀਆ ਸਾਹਿਬ ਜਦੋਂ ਨਾ ਭਗਵੰਤ ਮਾਨ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉਹਨਾਂ ਨੇ 2 ਤਰੀਕਿਆਂ ਦੇ ਨਾਲ ਗੱਲ ਕੀਤੀ। ਇੱਕ ਉਹਨਾਂ ਨੇ ਕਿਹਾ ਕਿ ਇਹ ਸੂਬਿਆਂ ਦੇ ਅਧਿਕਾਰ ਤੇ ਸਿੱਧਾ ਡਾਕਾ, ਹੁਣ ਖੇਤਰੀ ਪਾਰਟੀਆਂ ਦੀ ਡਿਊਟੀ ਬਣਦੀ ਹੈ ਕਿ ਜੇ ਇਦਾਂ ਹੀ ਆ ਤਾਂ ਤੁਸੀਂ ਮੁੱਦਾ ਚੁੱਕੋ। ਬਿਲਕੁਲ ਸਹੀ, ਕਿਉਂਕਿ ਜਿਹੜਾ ਬਿਜਲੀ ਵਾਲਾ ਮਸਲਾ ਨਾ, ਉਹ ਤਾਂ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਨੂੰ, ਖਾਸ ਤੌਰ ਤੇ ਪੰਜਾਬ ਦੇ ਕਿਸਾਨਾਂ ਨੂੰ ਸਿੱਧਾ ਪ੍ਰਭਾਵਿਤ ਕਰੂਗਾ। ਫਿਰ ਬਿੱਲ ਆਉਣੇ ਆ, ਉਹਨਾਂ ਨੇ ਕਿਹਾ ਸੀ ਕਿ ਫਿਰ ਸਬਸਿਡੀ ਸਿੱਧੀ ਦਿਓ। ਵੈਸੇ ਤਾਂ ਬਹੁਤ ਸਾਰੇ ਵਿਦਵਾਨ ਸੱਜਣ ਵੀ ਇਹ ਕਹਿੰਦੇ ਆ ਕਿ ਠੀਕ ਆ ਭਾਈ ਬਿੱਲ ਲਾਓ, ਪੈਸੇ ਕਿਸਾਨਾਂ ਦੇ ਖਾਤੇ 'ਚ ਪਾਓ, ਪਰ ਮੁੜ ਕੇ ਕੀ ਪਤਾ ਹੁੰਦਾ ਕਿ ਗੈਸ ਵਾਲੀ ਸਬਸਿਡੀ ਵਾਂਗੂ ਜਿਹੜੀ ਘਰੇਲੂ ਗੈਸ ਹੈ, ਰਸੋਈ ਗੈਸ ਹੈ, ਉਹਦੀ ਸਬਸਿਡੀ ਵਾਂਗੂ ਹੌਲੀ ਹੌਲੀ ਕਿਤੇ ਪਹਿਲਾਂ ਸਬਸਿਡੀ ਇੰਨੀ ਗਾ ਤੇ ਮੁੜ ਕੇ 14 ਰੁਪਈਏ ਨਾ ਰਹਿ ਜਾਵੇ। ਕਿਸਾਨਾਂ ਨੂੰ ਇਸ ਗੱਲ ਦਾ ਤੌਖਲਾ ਕਿ ਪੈਸੇ ਆਉਣ ਨਾ, ਉਧਰ ਸਾਡੇ ਕਨੈਕਸ਼ਨ ਕੱਟੀ ਜਾਣ, ਔਖਾ ਹੋ ਜੂ। ਇਹ ਦੋਨੋਂ ਮੁੱਦੇ ਭਗਵੰਤ ਮਾਨ ਸਾਹਿਬ ਨੇ ਜਿੰਨੀ ਸ਼ਿੱਦਤ ਦੇ ਨਾਲ ਚੱਕੇ ਆ, ਚੰਗੀ ਗੱਲ ਹੈ ਕਿ ਬਾਕੀ ਸਿਆਸੀ ਪਾਰਟੀਆਂ ਇਸ ਮੁੱਦੇ ਤੇ ਸਾਥ ਦੇਣ, ਭਾਵੇਂ ਅੱਗੇ ਲੱਗ ਜਾਣ। ਪਰ ਇਹਦਾ ਮਤਲਬ ਕੀ ਹੋਇਆ? ਤੁਸੀਂ ਭਗਵੰਤ ਮਾਨ ਸਾਹਿਬ ਦੀ ਗੱਲ, ਸੁਖਬੀਰ ਸਿੰਘ ਬਾਦਲ, ਬੀਬੀ ਬਾਦਲ ਦੀ ਗੱਲ, ਉਧਰਲੇ ਪਾਸੇ ਕਾਂਗਰਸੀਆਂ ਦੇ ਪ੍ਰਦਰਸ਼ਨ ਦੀ ਗੱਲ, ਜਾਣੀ ਹਰ ਇੱਕ ਧਿਰ ਨੂੰ ਇਸ ਗੱਲ ਦੀ ਲੋਅ ਹੋ ਗਈ ਹੈ ਕਿ ਭਾਈ ਜੇ ਕਿਸਾਨਾਂ ਦੀ ਗੱਲ ਨਾ ਕੀਤੀ ਤਾਂ ਔਖਾ ਹੋ ਜਾਊਗਾ ਕੰਮ। ਨਹੀਂ ਤਾਂ ਜਸੂਸੀ ਦਾ ਮਸਲਾ ਬਹੁਤ ਵੱਡਾ ਹੈ, ਉਹ ਇੰਨਾ ਉੱਪਰ ਜਾਣਾ ਸੀ, ਖੇਤੀ ਵਾਲਾ ਮੁੱਦਾ ਦੱਬਿਆ ਜਾਣਾ ਸੀ। ਪਰ ਕਿਸਾਨ ਕਿਉਂਕਿ ਲੀਡਰਾਂ ਤੇ ਨਜ਼ਰ ਰੱਖਦੇ ਆ, ਤੁਰੰਤ ਉਹਦੀ ਪ੍ਰਤੀਕਿਰਿਆ ਦਿੰਦੇ ਆ, ਤੇ ਲੀਡਰਾਂ ਨੂੰ ਮੁਸਤੈਦ ਰਹਿਣਾ ਪੈਂਦਾ। ਤੁਸੀਂ ਸੋਸ਼ਲ ਮੀਡੀਆ ਤੇ ਦੇਖੋ, ਸੁਖਬੀਰ ਸਿੰਘ ਬਾਦਲ ਸਾਹਿਬ ਦੀਆਂ ਆਖਰੀ 10 ਪੋਸਟਾਂ ਦੇਖ ਲਓ, ਵਿੱਚੋਂ 8 ਕਿਸਾਨਾਂ ਤੇ ਹੈ। ਭਗਵੰਤ ਮਾਨ ਸਾਹਿਬ ਦੀਆਂ ਪੋਸਟਾਂ ਦੇਖ ਲਓ, ਉਹ ਤਾਂ ਜੰਤਰ ਮੰਤਰ ਤੇ ਜਿੱਥੇ ਕਿਸਾਨ ਪਾਰਲੀਮੈਂਟ ਲੱਗੀ ਸੀ ਉਹਨਾਂ ਦੀਆਂ ਫੋਟੋ ਵੀ ਸ਼ੇਅਰ ਕਰਦੇ ਆ। ਤੁਸੀਂ ਕਾਂਗਰਸੀ ਰਾਹੁਲ ਗਾਂਧੀ ਦੀ ਲੇਟੈਸਟ ਪੋਸਟ ਦੇਖ ਲਓ, ਕਿਸਾਨਾਂ ਦੇ ਉੱਤੇ ਹੈ। ਜਾਣੀ ਕਿ ਸਿੰਘੂ ਬਾਰਡਰ ਦੀ ਫੱਟਿਆਂ ਵਾਲੀ ਸਟੇਜ ਤੋਂ, ਜਿੱਥੇ ਸਧਾਰਨ ਸਪੀਕਰ ਲੱਗੇ ਹੋ ਆ, ਜਿੱਥੇ ਪੱਖਾ ਵੀ ਕਿਤੇ ਕਿਤੇ ਆ, ਜਿਹੜੇ ਮੂਹਰੇ ਸੰਗਤ ਬੈਠੀ ਹੈ, ਉਸ ਮਾਈਕ ਤੋਂ ਆਵਾਜ਼ ਰਾਜੇਵਾਲ ਸਾਹਿਬ ਦੀ ਗਈ, ਸਪੀਕਰਾਂ ਦੇ ਵਿੱਚ ਗੂੰਜੀ, ਤੇ ਉਹ ਸੁਣੀ ਕਿੱਥੇ ਜਾ ਰਹੀ ਹੈ? ਪਾਰਲੀਮੈਂਟ ਦੇ ਅੰਦਰ, ਸਾਡੇ ਵੱਡੇ ਸਿਆਸੀ ਲੀਡਰਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ। ਇਹਦਾ ਮਤਲਬ ਦਬਾਅ ਤੋਂ ਬਣਾ ਹੈ ਭਈਆ। ਨਹੀਂ, ਦਬਾਅ ਬਣਿਆ, ਪਰ ਮੈਨੂੰ ਇਹ ਲੱਗਦਾ ਕਿ ਦਬਾਅ ਇਸ ਕਰਕੇ ਆ ਵੀ ਇਲੈਕਸ਼ਨਾਂ ਨੇੜੇ, ਇਹ ਐਂਗਲ ਵੀ ਆਪਾਂ ਜ਼ਰੂਰ ਵਿਚਾਰ ਲਈਏ, ਕਿਉਂਕਿ ਜੇ ਦਬਾਅ ਦਾ ਹੀ ਅਸਰ ਹੁੰਦਾ ਨਾ ਸਾਰਾ, ਤੇ ਹਰਿਆਣੇ ਵਾਲਿਆਂ ਤੇ ਵੀ ਅਸਰ ਹੋਣਾ ਚਾਹੀਦਾ। ਉਹਨਾਂ ਨਹੀਂ ਹੋਇਆ, MP ਵਾਲਿਆਂ ਤੇ ਨਹੀਂ ਹੋਇਆ, UP ਵਾਲਿਆਂ ਦੇ ਥੋੜਾ ਦੀਦਾ, ਪਰ ਬਹੁਤਿਆਂ ਤੇ ਨਹੀਂ ਦੀਦਾ। ਇਹਦਾ ਮਤਲਬ ਇਹ ਹੋ ਗਿਆ ਵੀ ਇਲੈਕਸ਼ਨ ਵੀ ਸਾਹਮਣੇ ਦੀਦੀ ਆ, ਤਾਂ ਕਰਕੇ ਥੋੜਾ ਜਿਹਾ ਬੁਖਾਰ ਜ਼ਿਆਦਾ ਲੱਗਦਾ। ਇੱਕ ਹੁੰਦਾ ਨਾ ਵੀ ਯਾਰ ਉਹ ਕੰਮ ਅੱਗੇ ਹੁਣ ਕਰਨ ਵਾਲਾ ਤੇ ਮੁੰਡਾ ਢਿੱਲਾ, ਉਹਦੇ ਢਿੱਲਾ ਕਾਹਦਾ, ਹੁਣ ਤੇ 102 ਹੋ ਗਿਆ ਸਗੋਂ ਬੁਖਾਰ। ਜਾਨੀ ਕਹਿਣ ਦਾ ਭਾਵ ਕੱਚ 'ਚ ਗੰਢਾ ਰੱਖ ਕੇ ਬੁਖਾਰ ਕੀਤਾ ਲੱਗਦਾ। ਆਹੋ, ਮੈਨੂੰ ਇਹ ਗੱਲ ਹੋ ਸਕਦਾ ਵੀ ਇਹ ਹੋਵੇ, ਪਰ ਹੈ ਹੀ ਆ, ਇਹ ਤਾਂ ਪੱਕੀ ਆ ਵੀ ਇਹ ਜਿਹੜਾ ਪ੍ਰਭਾਵ ਇੰਨਾ ਜ਼ਿਆਦਾ ਅਚਾਨਕ ਤੋਂ ਕਬੂਲਿਆ ਜਾ ਰਿਹਾ। ਨਹੀਂ ਤੇ ਲੀਰਾਂ ਮਾਰਨ ਨੂੰ ਤੇ ਕਦੋਂ ਦੀਆਂ ਮਾਰਨ ਡਿਆ ਵਿਚਾਰੇ ਵੀ ਸਾਡਾ ਕੁਝ ਕਰ ਲਓ, ਸਾਡਾ ਕੁਝ ਕਰ ਲਓ, ਪਰ ਉਹਦਾ ਧਿਆਨ ਨਹੀਂ ਕੀਤਾ। 2.5-3 ਸਾਲ ਰਹਿੰਦੇ ਹੁੰਦੇ ਨਾ ਸੰਧਾਲੀਆ ਸਾਹਿਬ, ਫਿਰ ਉਹ ਕਹਿਣਾ ਅਸੀਂ ਕਿਹੜਾ ਜੀ ਪਿੰਡਾਂ 'ਚ ਜਾਣਾ ਹੀ, ਕੋਈ ਗੱਲ ਨਹੀਂ, ਕਿੱਥੇ ਰੋਕਣਾ, ਘਰੇ ਆ ਕੇ ਤਾਂ ਰੋਕਣੋਂ ਰਹਿ, ਹਨਾ। ਫਿਰ ਇਸ ਕਰਕੇ ਹੁਣ ਜਦੋਂ 5-6 ਮਹੀਨੇ ਰਹਿੰਦੇ ਆ, ਥੋੜੀ ਜਿਹੀ ਠੰਡ ਤਾਂ ਉਹਨਾਂ ਨੂੰ ਲੱਗਣ ਲੱਗ ਪਈ ਹੈ। ਹੁਣ ਆਪਾਂ ਕਿਸਾਨ ਪਾਰਲੀਮੈਂਟ ਵਾਲੇ ਪਾਸੇ ਚੱਲਦੇ ਹਾਂ, ਜਿਹੜਾ ਪਹਿਲਾ ਦਿਨ ਨਿਬੜਿਆ। ਸੰਧਾਲੀਆ ਸਾਹਿਬ ਜਦੋਂ ਤੁਰੇ ਆ ਕਿਸਾਨ 200 ਦੀ ਗਿਣਤੀ 'ਚ, ਕਿਸੇ ਨੂੰ ਨਹੀਂ ਸੀ ਪਤਾ ਕਿ ਭਾਈ ਉੱਥੇ ਬੈਠਣ ਦੇਣਗੇ, ਜੇ ਬੈਠਣ ਦੇਣਗੇ ਤਾਂ ਕੀ ਉੱਥੇ ਗੱਲ ਕਰਨ ਦੇਣਗੇ, ਜੇ ਗੱਲ ਕਰਨ ਦੇਣਗੇ ਤਾਂ ਕੀ ਕਿਸਾਨ ਆਪਣੀ ਗੱਲ ਚੰਗੇ ਤਰੀਕੇ ਦੇ ਨਾਲ ਸਮਝਾ ਸਕਣਗੇ। ਕਈ ਮਹੀਨਿਆਂ ਬਾਅਦ ਇੰਟਰਨੈਸ਼ਨਲ ਮੀਡੀਆ ਤੱਕ ਦੁਬਾਰਾ ਗੱਲ ਪੁੱਜੀ ਹੈ। ਹੁਣ ਪਹਿਲਾਂ 9-9:30 ਵਜੇ ਤੁਰ ਪਏ ਦਿੱਲੀੋਂ,
ਸਿੰਘੂ ਬਾਰਡਰ ਤੋਂ, ਉੱਥੋਂ ਸਰੋਪੇ ਦੇ ਕੇ ਤੁਰੇ, ਅਰਦਾਸ ਕਰਕੇ ਤੁਰੇ, 5 ਬੱਸਾਂ 'ਚ ਤੁਰੇ। ਪਹਿਲਾਂ ਤਾਂ ਇੱਕ ਮੀਡੀਆ ਅਦਾਰੇ ਨੇ ਇਦਾਂ ਦਾ ਰੌਲਾ ਪਾਤਾ ਸਰਕਾਰੀ ਬੱਸਾਂ 'ਚ ਗਏ ਆ, ਸਰਕਾਰੀ ਬੱਸਾਂ 'ਚ। ਉਹ ਆਪਣੀਆਂ ਬੱਸਾਂ 'ਚ ਗਏ, ਉਹਨਾਂ ਦੇ ਵਿੱਚੋਂ ਇੱਕ ਤਰ੍ਹਾਂ 'ਚ ਖਰਾਬ ਵੀ ਹੋ ਗਈ, ਕਿਉਂਕਿ ਲੀਡਰਾਂ ਵਾਲੀਆਂ ਬੱਸਾਂ ਨਹੀਂ ਨਾ ਹੁੰਦੀਆਂ, ਉਹ ਸਧਾਰਨ ਬੱਸਾਂ ਹੁੰਦੀਆਂ। ਨਹੀਂ ਲੈ ਜਾਂਦੇ ਪੰਜਾਬ ਤੋਂ, ਨਹੀਂ ਦੇ ਵੀ ਦੇਣੀਆਂ ਸੀ ਉਹਨਾਂ ਨੇ ਹੁਣ। ਚਲੋ ਏਸੀ ਦੇ ਦਿਆਂਗੇ, ਏਸੀ ਦੇ ਦਿਆਂਗੇ, ਵੋਲਵੋ ਚਾਹੀਦੀ। ਹਾਂ ਹੁਣ ਸੰਧਾਲੀਆ ਸਾਹਿਬ ਉਹਦੇ ਤੋਂ ਬਾਅਦ 3 ਕਿਲੋਮੀਟਰ ਹੀ ਅਜੇ ਅੰਦਰ ਗਏ ਸੀ, ਰੋਕ ਲੈ, ਕਹਿੰਦੇ ਜੀ ਆ ਅੰਦਰ ਗੇਟ ਦੇ ਅੰਦਰ ਲਾਓ 5 ਬੱਸਾਂ। ਰਾਜੇਵਾਲ ਸਾਹਿਬ ਵੀ ਥੋੜਾ ਜਿਹਾ ਫਸੇ, ਬੋਲ ਬੁਲਾਰਾ ਹੋਇਆ, ਟਕੈਤ ਸਾਹਿਬ ਵੀ ਉੱਥੇ ਹੀ ਸੀ, ਯੋਗੇਂਦਰ ਯਾਦਵ ਵੀ ਉੱਥੇ ਹੀ ਸੀ। ਹੁਣ ਅੰਦਰ ਕਾਹਦੇ ਲਈ ਜਾਣਾ? ਉੱਥੇ ਇੱਕ ਖਦਸ਼ਾ ਪੈਦਾ ਹੋ ਗਿਆ, ਕਿਤੇ ਫਾੜੀ ਨਾ ਲੈਣ ਅੰਦਰ, ਇਹ ਨਾ ਹੋਵੇ ਮੁੜ ਕੇ ਗੇਟ ਹੀ ਨਾ ਖੋਲਣ। ਮੀਡੀਆ ਨੂੰ ਕਹਿਣ ਤੁਸੀਂ ਬਾਹਰ ਰਹੋ, ਕਿਸਾਨ ਅਸੀਂ ਅੰਦਰ ਲੈ ਕੇ ਜਾਣੇ ਆ। ਜੰਤਰ ਮੰਤਰ ਤੋਂ ਕਿੰਨੀ ਦੂਰ, ਪੌਣਾ ਘੰਟਾ ਉਹਨਾਂ ਨੂੰ ਅੰਦਰ ਰੱਖਿਆ। ਪਰ ਕਿਸਾਨ ਜਥੇਬੰਦੀਆਂ ਨੇ ਰਣਨੀਤੀ ਦੇਖੋ ਕਿੱਦਾਂ ਦੀ ਅਪਣਾਈ। 5 ਬੱਸਾਂ ਦੇ ਮੂਹਰੇ ਇੱਕ ਗੱਡੀ ਲੀਡਰਾਂ ਦੀ, ਕਿਸਾਨਾਂ ਦਿਆਂ ਦੀ, 5 ਬੱਸਾਂ ਦੇ ਪਿੱਛੇ, ਤੇ ਹਰ ਬੱਸ ਦੇ ਵਿੱਚ ਵੀ 2-2 ਕਿਸਾਨ ਲੀਡਰ ਬਿਠਾ ਲਿਓ ਸੀ ਕਿ ਜੇ ਮੰਨ ਲਓ ਕੱਲੇ ਕਰ ਦਿੱਤੇ, ਘੱਟੋ ਘੱਟ ਅਗਵਾਈ ਕਰਨ ਨੂੰ ਬੰਦਾ ਉੱਥੇ ਹੋਣਾ ਚਾਹੀਦਾ। ਨਹੀਂ ਤਾਂ ਆਮ ਤੌਰ 'ਤੇ ਕੀ ਹੁੰਦਾ ਕਿ ਗੱਡੀ ਇੱਕ ਇੱਧਰ ਚਲੀ ਗਈ ਜੀ, ਇੱਕ ਪਿੱਛੇ ਰਹਿ ਗਈ ਜੀ, ਉਹ ਬੱਸਾਂ ਵਾਲੇ ਵੱਖਰੇ ਰਹਿ ਗਿਆ ਜੀ, ਉਹਨਾਂ ਨੂੰ ਪਤਾ ਹੀ ਨਾ ਲੱਗੇ ਅਸੀਂ ਕਿੱਧਰ ਨੂੰ ਜਾਣਾ ਜੀ, ਜਿੱਦਾਂ 26 ਜਨਵਰੀ ਨੂੰ ਹੋਇਆ ਸੀ। ਐਤਕੀ ਰਣਨੀਤੀ ਬਿਲਕੁਲ ਵੱਖਰੀ ਸੀ। ਜਦੋਂ ਉੱਥੋਂ ਪਹਿਚਾਣ ਪੱਤਰ ਉਹਨਾਂ ਨੇ ਦੇਖੇ, 2 ਵਜੇ ਜੰਤਰ ਮੰਤਰ ਤੋਰੇ ਜਾ ਕੇ, 2 ਵਜੇ ਸਵੇਰ ਦੇ ਤੋਰੇ, ਉਹ ਕਦੇ ਇੱਥੇ ਰੋਕ ਲਓ ਕਦੇ ਉੱਥੇ ਵੀ ਜਿਹੜੇ ਤਾਂ 200 ਕਿਸਾਨ ਕੁਰਸੀਆਂ ਲਾ ਕੇ ਅੰਦਰ ਬਹਿ ਗਏ, ਅੰਦਰ ਦਾ ਮਤਲਬ ਬੈਰੀਕੇਡਾਂ ਦੇ ਅੰਦਰ, ਪਾਰਲੀਮੈਂਟ ਦੇ ਅੰਦਰ ਨਹੀਂ, ਤਾਂ ਉਹਦੇ ਵਿੱਚੋਂ 6 ਲੀਡਰ ਉਹਨਾਂ ਨੇ ਚੁਣ ਲਿਆ ਕਿ ਭਾਈ 3 ਸੈਸ਼ਨ ਚਲਾਵਾਂਗੇ, ਇੱਕ ਸਪੀਕਰ, ਇੱਕ ਡਿਪਟੀ ਸਪੀਕਰ, ਅਗਲੇ ਸੈਸ਼ਨ ਦਾ ਹੋਰ ਸਪੀਕਰ ਤੇ ਡਿਪਟੀ ਸਪੀਕਰ, ਤੀਸਰੇ ਸੈਸ਼ਨ ਦਾ ਹੋਰ ਸਪੀਕਰ ਤੇ ਡਿਪਟੀ ਸਪੀਕਰ। ਹੁਣ ਰੁਲਦੂ ਸਿੰਘ ਮਾਨਸਾ, ਬਲਵੀਰ ਸਿੰਘ ਰਾਜੇਵਾਲ, ਉਹ 200 ਮੈਂਬਰਾਂ 'ਚ ਨਹੀਂ ਸੀ। ਬੈਰੀਕੇਡਾਂ ਦੇ ਅੰਦਰ ਕਿਸਾਨ ਪਾਰਲੀਮੈਂਟ ਚੱਲਦੀ ਹੈ, ਬਾਹਰਲੇ ਪਾਸੇ ਕੁਰਸੀਆਂ ਢਾ ਕੇ ਉਹ ਬਹਿ ਗਿਆ। ਖੂੰਡਾ ਰੁਲਦੂ ਸਿੰਘ ਮਾਨਸਾ ਨੇ ਫੜਿਆ, ਆ ਬਾਪੂ ਇੱਥੇ ਕਾਹਤੋਂ ਬੈਠੇ ਆ? ਅਸੀਂ ਫਿਰ ਆਲੇ ਦੁਆਲਾ ਵੀ ਦੇਖਣਾ ਕਿ ਬਾਹਰੋਂ ਵੀ ਦੇਖਣਾ, ਕੋਈ ਸਾਡਾ ਬੰਦਾ ਬਾਹਰ ਨਾ ਰਹਿ ਜਾਵੇ, ਕੋਈ ਇਦਾਂ ਦੀ ਗੱਲ ਨਾ ਹੋ ਜਾਵੇ। ਜਾਣੀ ਕਿ ਹੁੰਦਾ ਨਾ ਕਈ ਵਾਰੀ ਕਿ ਭਾਈ ਭੋਗ ਜਾਂ ਵਿਆਹ ਤੇ ਘਰ ਦਾ ਜਿਹੜਾ ਬਜ਼ੁਰਗ ਹੁੰਦਾ ਉਹਨੇ ਹਲਵਾਈਆਂ ਵਾਲ ਗੇੜੇ ਦੇ ਗੇੜਾ ਰੱਖਣਾ। ਕਾਹਦੇ ਲਈ ਰੱਖਣਾ? ਕਿ ਭਾਈ ਇੱਥੇ ਕੋਈ ਬਣੀਓ ਚੀਜ਼ ਨੰਗੀ ਨਾ ਹੋਵੇ, ਕੋਈ ਉਧਰਲੇ ਪਾਸੇ ਆਣ ਕੇ ਕੋਈ ਜਾਨਵਰ ਨਾ ਮੂੰਹ ਮਾਰ ਜਾਵੇ, ਕੋਈ ਪੰਛੀ ਨਾ ਮੂੰਹ ਮਾਰ ਜਾਵੇ। ਇਦਾਂ ਗੇੜੇ ਤੇ ਗੇੜਾ ਕਿਸਾਨ ਲੀਡਰਾਂ ਨੇ ਕਿਸਾਨ ਪਾਰਲੀਮੈਂਟ ਦੇ ਬਾਹਰ ਵੀ ਰੱਖਿਆ। 6 ਘੰਟੇ ਹਿੱਲੇ ਨਹੀਂ, ਕੋਈ ਪੱਖਾ ਨਹੀਂ, ਕੋਈ ਕੁਛ ਹੋਰ ਨਹੀਂ। ਤੇ ਜਿਹੜੇ ਪੁਲਿਸ ਵਾਲਿਆਂ ਤੋਂ ਡਰ ਲੱਗਦਾ ਸੀ ਕਿ ਭਾਈ ਇਹ ਕਿਤੇ ਆਹ ਕੁਛ ਨਾ ਕਰਨ, ਜਲ ਛਕੋ ਜੀ, ਪ੍ਰਸ਼ਾਦਾ ਛਕੋ ਜੀ, ਆ ਗੱਲ ਕਿਹੜੀ ਆ, ਕੋਈ ਹੋਰ ਚੀਜ਼ ਦੀ ਲੋੜ ਹੋਈ ਉਹ ਵੀ ਦੱਸਿਓ ਜੀ। ਇਹ ਤਾਂ ਹੈ। ਦੇਖੋ ਇੱਕ ਚੀਜ਼ ਜਿਹੜੀ ਦੇਖਣ ਵਾਲੀ ਸੀਗੀ ਉਹ ਇਹ ਕਿ ਵੀ ਜੇ ਉਹ ਬਾਰਡਰਾਂ ਤੇ ਬੈਠੇ ਨੇ, ਲੰਗਰ ਪ੍ਰਸ਼ਾਦਾ ਉੱਥੇ ਵੀ ਛਕਾਈ ਜਾਂਦੇ, ਜੇ ਪਾਰਲੀਮੈਂਟ ਉੱਥੇ ਚੱਲਦੀ ਤੇ ਲੰਗਰ ਪ੍ਰਸ਼ਾਦਾ ਉੱਥੇ ਵੀ ਚੱਲਦਾ ਜੀ। ਮਤਲਬ ਇਹ ਜਿਹੜੀ ਚੀਜ਼ ਆ ਮੇਰੇ ਖਿਆਲ ਨਾਲ ਹੋ ਸਕਦਾ ਵੀ ਬੜੇ ਲੋਕਾਂ ਨੂੰ ਇਹ ਸੀਗਾ ਇਹ ਤੋਂ ਇਹ ਹੈ, ਇਹ ਤੋਂ ਫਲਾਨੇ ਹੈ। ਕੋਈ ਬੀਬੀ ਮੀਨਾਕਸ਼ੀ ਲੇਖੀ ਹੈ ਨਾ, ਵਿਦੇਸ਼ ਰਾਜ ਮੰਤਰੀ, ਉਹਨੇ ਵੀ ਤੇ ਕਹਿ ਦਿੱਤਾ ਵੀ ਇਹ ਤਾਂ ਮਵਾਲੀ ਹੈ। ਬਾਅਦ ਚਲੋ ਬੀਬੀ ਬਿਆਨ ਵਾਪਸ ਲੈ ਗਈ। ਪਰ ਸਵਾਲ ਇਹ ਹੈ ਕਿ ਵੀ ਉਹ ਮਵਾਲੀ ਨਹੀਂ ਆ, ਨਾ ਉਹ ਅੱਤਵਾਦੀ ਆ, ਨਾ ਉਹ ਦੇਸ਼ ਧਰੋਹੀ ਆ, ਉਹ ਅਸਲ 'ਚ ਅੰਨਦਾਤੇ ਆ। ਤੇ ਅੰਨਦਾਤਾ ਜਿੱਥੇ ਵੀ ਜਾਂਦਾ ਨਾਲ ਦੀ ਨਾਲ ਉੱਥੇ ਜਿਹੜਾ ਵੀ ਬੰਦਾ ਹੁੰਦਾ ਉਹਨੂੰ ਖਾਣ ਨੂੰ ਜ਼ਰੂਰ ਮਿਲਦਾ। ਸੰਧਾਲੀਆ ਸਾਹਿਬ ਇਹ ਬਹੁਤ ਕਮਾਲ ਦੀ ਗੱਲ ਹੈ ਤੁਹਾਡੀ, ਕਿਉਂਕਿ ਉਹ ਬੀਬੀ ਜੀ ਵੀ ਤਾਂ ਰੋਟੀ ਖਾਂਦੇ ਹੋਣੇ ਆ, ਕੁਛ ਨਾ ਕੁਛ ਤਾਂ ਖਾਂਦੇ ਹੋਣੇ, ਤੇ ਉਹ ਜ਼ਮੀਨ 'ਚੋਂ ਹੀ ਉੱਗਦਾ। ਉਹਦਾ ਰਾ ਮਟੀਰੀਅਲ, ਕੱਚਾ ਮਾਲ ਜ਼ਮੀਨ 'ਚੋਂ ਆਉਂਦਾ ਤੇ ਕਿਸਾਨ ਹੀ ਖੇਤੀ ਕਰਦਾ। ਮਤਲਬ ਹੋ ਸਕਦਾ ਉਹ ਘਰੇ ਵੀ ਜਦੋਂ ਐ ਛੁਰੀ ਕਾਂਟੇ ਨਾਲ ਵੀ ਭਾਵੇਂ ਕੱਟ ਵੱਢ ਕੇ ਜੋ ਮਰਜ਼ੀ ਖਾਂਦੇ ਹੋਣ, ਹੈ ਤੇ ਉਹ ਜ਼ਮੀਨ 'ਚੋਂ ਹੀ ਉੱਗਦਾ ਤੇ ਪੈਦਾ ਕਰਨ ਵਾਲਾ ਕਿਸਾਨ ਹੈ। ਉਦੋਂ ਵੀ ਉਹਨਾਂ ਨੂੰ ਚਾਹੇ ਨਾ ਚੇਤਾ ਆ ਵੀ ਸ਼ਾਇਦ ਮੈਂ ਮਵਾਲੀਓਂ ਕਾ ਉਗਾਇਆ ਕੁਛ ਖਾ ਰਹੀ ਹੂੰ, ਹੈ ਨਾ। ਸੰਧਾਲੀਆ ਸਾਹਿਬ 26 ਜਨਵਰੀ ਨੂੰ ਜੋ ਕੁਛ ਹੋਇਆ ਨਹੀਂ ਸੀ ਹੋਣਾ ਚਾਹੀਦਾ। ਜੇ ਹੋਰ ਕਿਤੇ ਭੰਨ ਤੋੜ ਹੋਈ ਹੈ, ਕਿਸੇ ਦੇ ਨਾਲ ਕੁੱਟਮਾਰ ਹੋਈ ਹੈ, ਨਹੀਂ ਹੋਣੀ ਚਾਹੀਦੀ। ਬੀਬੀ ਜੀ ਨੇ ਰੈਫਰੈਂਸ ਦਿੱਤਾ ਸੀ, ਪਰ ਕਿਉਂਕਿ ਉਹ ਵਕਾਲਤ ਕਰਦੇ ਰਹੇ ਸੁਪਰੀਮ ਕੋਰਟ ਤੱਕ, ਉਹ ਅਖਬਾਰਾਂ 'ਚ ਲੇਖ ਲਿਖਦੇ ਰਹੇ, ਬਹੁਤ ਚੰਗੀ ਡਿਬੇਟ ਕਰਨ ਵਾਲੇ ਆ। 2014 ਤੇ 2019 ਦੇ ਵਿੱਚ ਨਵੀਂ ਦਿੱਲੀ ਲੋਕ ਸਭਾ ਹਲਕੇ ਤੋਂ ਉਹ 2.5 ਲੱਖ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਆ, ਤੇ ਜਿੰਨੀਆਂ ਕੁੱਲ ਵੋਟਾਂ ਕਾਸਟ ਹੋਈਆਂ ਉਹਦੇ ਵਿੱਚੋਂ ਅੱਧਿਓਂ ਵੱਧ ਬੀਬੀ ਨੂੰ ਪਈਆਂ। ਕੋਈ ਵੱਡੀ ਗੱਲ ਨਹੀਂ ਹੈਗੀ। ਤੁਸੀਂ ਆ ਜਿੱਦਾਂ ਤੁਸੀਂ ਬੜਾ ਵਡਿਆ ਕੇ ਕਹਿਣਾ, ਨਹੀਂ ਵਡਿਆ ਕੇ ਨਹੀਂ ਕਹਿਣਾ, ਮੈਂ ਆਉਣ ਲੱਗਿਆ ਸੀ। ਹੰਸਰਾਜ ਹੰਸੁਰਨ ਪਤਾ ਕਿੰਨੀਆਂ ਪਈਆਂ, ਬਹੁਤੀ ਗੱਲ ਨਹੀਂ ਕਰਨੀ। ਨਹੀਂ ਮੈਂ ਤਾਂ ਸਿਰਫ ਇੰਨਾ ਕਹਿਣ ਲੱਗਾ ਕਿ ਪੜ੍ਹੇ ਲਿਖੇ ਨੇ। ਤੁਸੀਂ ਕਿਹਾ ਵਿਦੇਸ਼ ਰਾਜ ਮੰਤਰੀ ਆ, ਮੈਂ ਉਹਦਾ ਹੋਰ ਦੱਸਦਾ, ਸੱਭਿਆਚਾਰਕ ਮਾਮਲਿਆਂ ਬਾਰੇ ਵੀ ਰਾਜ ਮੰਤਰੀ ਨੇ। ਤੇ ਜਦੋਂ ਸੱਭਿਆਚਾਰ ਆਪਾਂ ਕਾਇਮ ਰੱਖਣਾ, ਉਹਦੇ ਵਿੱਚ ਕਿਸਾਨ ਮਵਾਲੀ ਨਹੀਂ ਹੁੰਦਾ। ਮਵਾਲੀ ਦੇ ਨਾਲ ਇੱਕੋ ਸ਼ਬਦ ਨਹੀਂ ਕਦੇ ਵੀ ਵਰਤਿਆ ਜਾਂਦਾ, 2 ਵਰਤੇ ਜਾਂਦੇ ਆ ਇਕੱਠੇ, ਹਨਾ। ਉਹ ਸ਼ਬਦ ਚੰਗਾ ਹੋਇਆ ਉਹਨਾਂ ਨੇ ਨਹੀਂ ਵਰਤਿਆ, ਪਰ ਬਾਅਦ ਵਿੱਚ ਜਦੋਂ ਰੌਲਾ ਬਹੁਤ ਪੈ ਗਿਆ फिर वो कहते नहीं जी ऐसे ही तो कोई बात नहीं है, मैं अगर मेरे बयान से किसी को ठेस पहुंची हो तो ये वो बयान वापस ले लिया। पर प्रतिक्रिया बहुत तकड़ी आई सी, किसान लीडरां ने ठोक बजा के विरोध किया सी। संधालिया साहब लगातार इदां दे बयान जिहड़े आ वो तंग करन वाले आ, वो परेशान करन वाले आ। हुण तुसीं देखो कि जे वो मवाली ने बंदे वो अपनी एंबूलेंस नाल लैके थोड़ी तुरनगे जिहदे विच दवाइयां भी पईयां, जिहदे विच सब कुछ पिया, तुसीं उन्हां नूं कुर्सियां ऑफर कीतियां, कहंदे जी नहीं सत श्री अकाल है जी, थोड़ियां नहीं चाहीदियां। एक पासे पार्लीमेंट का वो दिन है
ਲੋਕਤੰਤਰੀ ਪ੍ਰਕਿਰਿਆ ਦਾ, ਜਿੱਥੇ 1 ਮਿੰਟ ਵੀ ਕੰਮ ਨਹੀਂ ਹੋ ਸਕਿਆ, 2 ਬਿੱਲ ਪੇਸ਼ ਕੀਤੇ ਉਹ ਵੀ ਰੌਲੇ ਰੱਪੇ 'ਚ, ਤੇ ਦੂਸਰੇ ਪਾਸੇ ਕੋਈ ਪੱਖਾ ਨਹੀਂ, ਇੱਕੋ ਹੀ ਮਾਈਕ ਸਪੀਕਰ ਦੇ ਕੋਲੇ ਕਿਸਾਨਾਂ ਦਾ ਜਾਂਦਾ ਸੀ, ਉਹੀ ਮਾਈਕ ਮੋਰੇ ਜਿਹੜੇ 198 ਬੰਦੇ ਬੈਠੇ ਸੀ ਉਹਨਾਂ ਦੇ ਕੋਲੇ ਜਾਂਦਾ ਸੀ। ਇੱਕ ਵੀ ਕਿਸਾਨਾਂ ਦਾ ਜਿਹੜਾ ਇੱਕ ਦਿਨ ਦਾ MP ਆ 200 ਚੋਂ ਜਿੰਨੇ ਮਿੰਟ ਮਿਲਦੇ ਸੀ ਉਨਾ ਹੀ ਬੋਲਦੇ ਸੀ। ਜਦੋਂ ਸਪੀਕਰ ਸਾਹਿਬ ਕਹਿੰਦੇ ਸੀ ਟਾਈਮ ਸਮਾਪਤ ਹੋ ਗਿਆ 5 ਸਕਿੰਟਾਂ 'ਚ ਫਤਿਹ ਬੁਲਾ ਦਿੰਦੇ ਸੀ। ਉਹਨਾਂ ਦੇ ਵਿੱਚੋਂ ਕਿਸੇ ਨੇ ਕਿਸੇ ਦੀ ਗੱਲ ਨਹੀਂ ਕੱਟੀ, ਕਿਸੇ ਨੇ ਬਾਈਕਾਟ ਨਹੀਂ ਕੀਤਾ, ਕੋਈ ਇਹ ਕਹਿ ਕੇ ਨਹੀਂ ਉੱਠਿਆ ਮੇਰੇ ਤਾਂ ਗੈਸ ਬਣਦੀ ਆ, ਮੈਂ ਪਾਣੀ ਪੀ ਆਵਾਂ, ਮੈਂ ਥੋੜੀ ਜਿਹੀ ਸੈਰ ਕਰਨੀ ਹੈ। ਕੋਈ ਮੋਬਾਈਲ ਦੇ ਉੱਤੇ ਵੀਡੀਓ ਨਹੀਂ ਸੀ ਦੇਖਦਾ, ਕੋਈ ਇਦਾਂ ਦੀ ਗੱਲ ਕੁਛ ਨਹੀਂ ਸੀ ਕਰਦਾ। ਜੇ ਭਾਰਤ ਦੇ ਲੋਕ ਉਧਰ ਕਿਸਾਨ ਪਾਰਲੀਮੈਂਟ ਤੇ ਉਧਰ ਅੰਦਰਲੀ ਅਸਲੀ ਪਾਰਲੀਮੈਂਟ ਦੇ ਇੱਕ ਦਿਨ ਦਾ, ਪਹਿਲੇ ਦਿਨ ਦਾ ਸਾਰਾ ਕੁਝ ਕਿਤੇ ਇੱਕ ਦੂਜੇ ਨਾਲ ਕੰਪੈਰੀਜ਼ਨ ਕਰਕੇ ਦੇਖ ਲੈਣ ਤਾਂ ਸ਼ਾਇਦ ਬਹੁਤੇ ਲੋਕਾਂ ਦੀ ਰਾਏ ਸੱਚ ਚ ਹੋਏਗੀ, ਯਾਰ ਆ ਜਿਹੜੇ ਤਨਖਾਹਾਂ ਲੈਂਦੇ, ਪਿਲਸਣਾ ਲੈਂਦੇ, ਸਰਕਾਰੀ ਕਾਰ, ਘਰ, ਤੇਲ, ਰਹਿائش ਸਭ ਕੁਝ ਲੈਂਦੇ ਆ, ਇਹ ਐਦਾਂ ਬਹਿਸ ਕਾਹਤੋਂ ਨਹੀਂ ਕਰਦੇ ਲੋਕਾਂ ਦੇ ਮੁੱਦਿਆਂ ਤੇ, ਇਹ ਰੌਲਾ ਹੀ ਪਾਈ ਜਾਂਦੇ ਆ। ਨਹੀਂ ਪੂਰਾ ਨਾਲ ਮੈਂ ਤਾਂ ਇਹ ਵੀ ਸੋਚਦਾ ਸੀ ਵੀ ਦੇਖੋ ਉਹ ਜਿਹੜੇ 200 ਬੰਦੇ ਗਏ ਕੱਲ ਜਾਂ ਅੱਜ ਜਿਹੜੇ ਜਾਣਗੇ ਜਾਂ ਆਉਣ ਵਾਲੇ ਦਿਨਾਂ 'ਚ ਜਾਣਗੇ, ਉਹਨਾਂ ਸਾਰਿਆਂ ਨੇ ਜਦੋਂ ਨਾਂ ਲਿਖਾਏ ਉੱਥੇ ਜਾਣ ਦੇ ਲਈ, ਤੇ ਦੇਖੋ ਸ਼ਰਤ ਕਿੱਡੀ ਵੱਡੀ ਸੀ ਜੀ ਕਿ ਵੀਰ ਮੇਰੇ ਉਹ ਪਹਿਲੀ ਗੱਲ ਤੇ ਵੀ ਨਾ ਕੋਈ ਉੱਥੇ ਮਾੜੀ ਆਦਤ ਹੋਵੇ ਤੁਹਾਨੂੰ, ਤੇ ਨਾ ਤੁਹਾਨੂੰ ਘਰ ਦਾ ਹੀ ਫਿਕਰ ਹੋਵੇ। ਪਤਾ ਨਹੀਂ ਜੀ ਅਗਲਿਆਂ ਨੇ ਚੱਕ ਕੇ ਅੰਦਰ ਕਰਤਾ ਤੇ ਮਹੀਨੇ 6 ਲੱਗਣੇ ਆ ਕਿ ਸਾਲ ਲੱਗਣਾ, ਕੋਈ ਤੁਹਾਡੀ ਜ਼ਮਾਨਤ ਨਹੀਂ, ਅੰਦਰ ਬਹਿਣਾ ਪੈਣਾ ਜੀ। ਇਹ ਨਾ ਬਾਅਦ ਚੀਕਾਂ ਮਾਰਿਓ ਵੀ ਸਾਨੂੰ ਉੱਥੇ ਫਸਾਤਾ। ਸੋ ਆਪਣਾ ਨਾਂ ਸੋਚ ਸਮਝ ਕੇ ਲਿਖਾਇਓ। ਮਤਲਬ ਇਹ ਹੋ ਗਿਆ ਵੀ ਨਾ ਉੱਥੇ ਕੋਈ ਸਹੂਲਤ ਆ, ਇਹ ਵੀ ਡਰ ਹੈਗਾ ਵੀ ਅਗਲੇ ਨੇ ਚੱਕ ਕੇ ਜੇਲ੍ਹ 'ਚ ਮਾਰਨਾ ਤੇ ਪਤਾ ਨਹੀਂ 6 ਮਹੀਨੇ ਅੰਦਰ ਰਹਿਣਾ ਪੈਣਾ ਕਿ ਸਾਲ ਰਹਿਣਾ ਪੈਣਾ, ਤੇ ਇਹ ਵੀ ਪਤਾ ਨਹੀਂ ਜੀ ਅੰਦੋਲਨ 2024 ਤੱਕ ਚੱਲਦਾ ਰਿਹਾ ਤੇ 2 ਸਾਲ ਨਹੀਂ ਹੋਏ ਨੇ। ਪਰ ਫਿਰ ਵੀ ਉਹਦੇ ਵਿੱਚ ਇੰਨਾ ਜ਼ਿਆਦਾ ਹਾੜ ਆਇਆ ਲੋਕਾਂ ਦਾ ਵੀ ਨਹੀਂ ਜੀ ਮੇਰਾ ਨਾਮ ਪਹਿਲਾਂ ਲਿਖੋ, ਮੇਰਾ ਨਾਮ ਪਹਿਲਾਂ ਲਿਖੋ। ਇੱਥੋਂ ਅੰਦਾਜ਼ਾ ਆਪਾਂ ਲਾ ਸਕਦੇ ਵੀ ਉਹ ਕਿੰਨੇ ਸਤੇ ਹੋਣਗੇ ਵੀ ਭਰਾਵਾ ਇਹਦੇ ਨਾਲੋਂ ਚੰਗਾ ਅਸੀਂ ਜੇਲ੍ਹ 'ਚ ਬਹਿ ਜਾਣੇ, ਇਹੋ ਜ਼ਿੰਦਗੀ 'ਚ ਰਹਿਣਾ ਨਹੀਂ। ਸੰਧਾਲੀਆ ਸਾਹਿਬ ਮੈਨੂੰ ਤਾਂ ਇੱਕ ਗੱਲ ਹੋਰ ਵੀ ਲੱਗਦੀ ਹੈ, ਫਰਕ ਜੇ ਕੰਪੈਰੀਜ਼ਨ ਕਰਨਾ ਹੋਵੇ, ਜਦੋਂ ਲੋਕਾਂ ਦਾ ਚੁਣਿਆ ਹੋਇਆ MP, ਸਾਰੇ ਨਹੀਂ ਆਪਾਂ ਕਹਿੰਦੇ ਚੰਗੇ ਵੀ ਬਥੇਰੇ ਨੇ, ਪਰ ਬਹੁਤੇ ਇਹ ਕਹਿ ਕੇ ਆਉਂਦੇ ਹੋਣਗੇ ਮੈਂ ਆਇਆ 11 ਵਜੇ, ਆਪਾਂ ਫਿਰ ਚੱਲਦੇ ਹਾਂ, ਤੁਸੀਂ ਨਿਆਣਿਆਂ ਨੂੰ ਫਿਰ ਤਿਆਰ ਕਰਕੇ ਰੱਖਿਓ, ਤੇ ਉਧਰਲੇ ਪਾਸੇ ਕਿਸਾਨ ਟੈਲੀਫੋਨ ਕਹਾ ਚੱਲੇ ਅੱਜ, ਆਸ ਨਾ ਰੱਖਿਓ, ਕੀ ਪਤਾ ਕਿੱਦਣ ਆਉਣਾ। ਇੰਨਾ ਹੀ ਫਰਕ ਆ ਬਸ। ਉਹਨਾਂ ਨੂੰ ਤਨਖਾਹ ਪੈਨਸ਼ਨ ਕੁਛ ਨਹੀਂ ਮਿਲਣੀ, ਕੋਈ ਪੱਖਾ ਨਹੀਂ ਸੀ ਲੱਗਾ, ਪਰਨਿਆਂ ਦੇ ਨਾਲ ਹਵਾ ਝੱਲਦੇ ਸੀ, ਪਰ ਕੋਈ ਉੱਠਿਆ ਨਹੀਂ ਉੱਥੋਂ। ਕੱਲੇ ਕੱਲੇ ਦੇ ਕੋਲੇ ਮਾਈਕ ਨਹੀਂ ਸੀ, ਆਲੇ ਦੁਆਲੇ ਰੌਲਾ ਰੱਪਾ ਵੀ ਬਹੁਤ ਸੀ, ਪਰ ਇੱਕ ਸੰਕੇਤ, ਇੱਕ ਸੰਦੇਸ਼ ਕਿਸਾਨ ਜਥੇਬੰਦੀਆਂ ਪਹਿਲੇ ਦਿਨ ਦੇ ਪਾਰਲੀਮੈਂਟ, ਆਪਣੇ ਕਿਸਾਨ ਪਾਰਲੀਮੈਂਟ ਦੇ ਸੈਸ਼ਨ 'ਚੋਂ ਇਹ ਦੇਣ 'ਚ ਕਾਮਯਾਬ ਰਹੀਆਂ ਕਿ ਭਾਈ ਹੋ ਸਕਦਾ ਜੇ ਘਿਰਾਓ ਕਰਦੇ ਤਾਂ ਰੌਲਾ ਪੈਂਦਾ, ਜੇ ਟਕਰਾਅ ਹੁੰਦਾ ਤਾਂ ਰੌਲਾ ਪੈਂਦਾ, ਕਈ ਤਰ੍ਹਾਂ ਦੇ ਦੋਸ਼ ਲੱਗਦੇ। ਉੱਥੇ ਬੈਠੇ ਘਿਰਾਓ ਨਹੀਂ ਕੀਤਾ, ਆਪਣੀ ਗੱਲ ਮੀਡੀਆ ਦੇ ਰਾਹੀਂ ਹਰ ਇੱਕ ਬੰਦੇ ਤੱਕ ਉਹ ਪਹੁੰਚਾਉਣ ਦੇ ਵਿੱਚ ਕਾਮਯਾਬ ਰਹੇ ਆ। ਜਿਹੜੀ ਗੱਲ ਰਾਜੇ ਵਾਲੇ ਹੋਰੀ ਕਹਿੰਦੇ ਹੁੰਦੇ ਨਾ ਕਿ ਭਾਈ ਸ਼ਾਂਤੀ ਰੱਖਿਓ ਜਿੱਤ ਜਾਓਗੇ, ਹੁਣ ਆਪਣੀ ਗੱਲ ਉਹਨਾਂ ਨੇ ਪਹੁੰਚਾਈ, ਕੱਲੇ ਕੱਲੇ ਲੋਕਾਂ ਤੱਕ ਪਹੁੰਚ ਗਏ ਕਿ ਆਖਿਰਕਾਰ ਕਾਰਨ ਕੀ ਹੈ ਕਿ ਕਾਨੂੰਨ ਰੱਦ ਕਰਾਉਣਾ ਚਾਹੁੰਦੇ ਆ। ਬਿਲਕੁਲ ਠੀਕ ਆ। ਬਾਕੀ ਆਪਾਂ ਹੁਣ ਇਹ ਆਖਰੀ ਗੱਲ ਕਰਕੇ ਕਿਸਾਨਾਂ ਵਾਲੀ ਫਿਰ ਦੂਜੀ ਗੱਲ ਕਰਦੇ ਆ, ਉਹ ਰਕੇਸ਼ ਟਕੈਤ ਹੋਰਾਂ ਦੀ। ਉਹ ਮੈਨੂੰ ਗੱਲ ਵਧੀਆ ਲੱਗੀ। ਦੇਖੋ ਉਹਨੂੰ ਬੰਦੇ ਦਾ ਗੱਲ ਕਰਨ ਦਾ ਅੰਦਾਜ਼ ਵਧੀਆ ਨਾ, वीडियो पे ऐसे कैसे मतलब टकैत साहब ये कुछ बन नहीं रहा, आप क्या कर, कुछ भी नहीं, अभी क्या हुआ, 8 तो महीने हुए वहां बैठे, कोई गल ही नहीं, अभी कौन सा टाइम हो गया, कोई बात कल तो आया यार हुणे ही जाना, मतलब 8 तो महीने हुए। मैं उदों सोचा भी ये बंदा वेखो ਉਹਦਾ किस लेवल ਤੇ ਸਰਕੈਜ਼ਮ ਆ ਕਿ ਯਾਰ ਐਡੀ ਕਿਹੜੀ ਗੱਲ ਹੈ, ਜੇ ਸਰਕਾਰ ਨੂੰ ਲੱਗਦਾ ਵੀ ਅਸੀਂ ਨਹੀਂ ਵੇਖਣਾ ਤੇ 8 ਮਹੀਨੇ ਹੋ ਗਏ ਆ, ਸਾਨੂੰ ਕੋਈ ਅਸਰ ਨਹੀਂ ਹੈਗਾ। ਜਦੋਂ 3 ਕਿਲੋਮੀਟਰ ਤੇ ਰੋਕ ਲਿਆ ਨਾ, ਉਦੋਂ ਵੀ ਟਕੈਤ ਸਾਹਿਬ ਨੇ ਨਾਅਰੇਬਾਜ਼ੀ ਕੀਤੀ। ਉਹਨਾਂ ਨੇ ਪੁੱਛਿਆ ਜੀ ਕੀ, ਉਹ ਕਹਿੰਦੇ ਜੀ ਕਹਿੰਦੇ ਆ ਚਾਹ ਪਾਣੀ ਪਿਲਾਉਣਾ ਹੀ ਅੰਦਰ, देखते हैं कैसा चाय पानी पिलाते हैं, आपको पता ही है, हम तो तैयार होके आए हैं, हमें मेडल तो मिलने नहीं है, ਜ਼ਿਆਦਾ ਸੇ ਜ਼ਿਆਦਾ ਜੇਲ੍ਹ ਮਿਲ ਜਾਏਗੀ। ਯਾਨੀ ਇਸ ਲੈਵਲ ਦੇ ਉੱਤੇ ਜਦੋਂ ਉਹਨੂੰ ਲੈ ਰਹੇ ਤੇ ਗੱਲ ਤੁਹਾਡੀ ਠੀਕ ਹੈ ਕਿ ਸਿਰਾ ਹੋਇਆ ਪਿਆ ਪੂਰਾ ਜੀ। ਇਹਦੇ ਚ ਹੁਣ ਇਦਾਂ ਵੀ ਦਿੱਲੀ ਇੱਕ ਤੇ ਦੇਖੋ ਇਹ ਕੰਮ ਆ, ਦੂਜਾ ਦਿੱਲੀ ਕੱਲ ਦੇ ਦਿਨ ਚ ਬੈਠਕਾਂ ਹੋਈਆਂ ਸ਼ਾਮ ਨੂੰ, ਆਇਓ ਜ਼ਰੂਰ ਤੁਸੀਂ ਸਰਦਾਰ ਜੀ। ਫਿਰ ਉਹ ਵੀ ਭਾਈ ਸਾਹਿਬ ਹਾਂਜੀ ਹਾਂਜੀ ਉਹ ਤੇ ਪਹੁੰਚ ਗਏ ਆ, ਸਮੋਸੇ ਰਖਾਏ ਆ, ਬਰਫੀ ਦਾ ਵੀ ਮੈਂ ਕਹਿਤਾ, ਤੁਸੀਂ ਚਾਹ ਫਿੱਕੀ ਪੀਣੀ ਮਿੱਠੀ ਪੀਣੀ ਕੋਈ ਗੱਲ ਨਹੀਂ, ਆ ਜਿਓ ਬਸ ਟਾਈਮ ਨਾਲ। ਉਹ ਜਿਹੜੀਆਂ ਸ਼ਾਮ ਨੂੰ ਮੀਟਿੰਗਾਂ ਹੋਈਆਂ ਨੇ, ਉਹ ਵਾਹਵਾ ਚਿਰ ਦੇ ਵਿਚਾਰੇ ਨਾ ਜੀ ਭੈਣੇ ਜਿਹੇ ਹੋਏ ਪਏ ਵੀ ਯਾਰ ਪਤਾ ਨਹੀਂ ਚੰਗੀਆਂ ਭਲੀਆਂ ਗੁਰਦੁਆਰਾ ਚੋਣਾਂ ਹੋਣ ਲੱਗੀਆਂ ਸੀ, ਫੇਰ ਕਰੋਨੇ ਦਾ ਕਰਕੇ ਬੇੜਾ ਬਹਿ ਗਿਆ, ਐਨ ਮੌਕੇ ਤੇ ਜਾ ਕੇ ਕੈਂਸਲ ਕੀਤੀਆਂ ਇਹਨਾਂ ਨੇ। ਹੁਣ ਜਦੋਂ ਕੱਲ੍ਹ ਦਾ ਉਹ ਫੇਰ ਇੱਕ ਅਨਾਊਂਸਮੈਂਟ ਹੋ ਗਈ ਵੀ ਨਹੀਂ ਦਿਲ ਨਹੀਂ ਛੱਡਣਾ, 22 ਤਰੀਕ ਨੂੰ ਇਲੈਕਸ਼ਨਾਂ ਨੇ, ਯਾਨੀ ਕਿ ਹੁਣ ਤੋਂ 1 ਮਹੀਨਾ ਬਾਅਦ 22 ਤਰੀਕ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਇਲੈਕਸ਼ਨਾਂ ਹੋਣੀਆਂ, ਤੇ ਉਹਦੇ ਲਈ ਕਹਿੰਦੇ ਵੀ ਕੱਲ੍ਹ ਤੋਂ ਫੇਰ ਬੈਠਕਾਂ ਵਾਲਾ ਕੰਮ ਸ਼ੁਰੂ ਹੋ ਗਿਆ। ਸੰਧਾਲੀਆ ਸਾਹਿਬ ਜਦੋਂ ਨਾ ਪਹਿਲਾਂ ਪ੍ਰਚਾਰ ਚੱਲਦਾ ਸੀ, ਵੋਟਾਂ ਪੈਣ ਤੋਂ 2-4 ਦਿਨ ਪਹਿਲਾਂ ਹੀ ਕੰਮ ਪੋਸਟਪੋਨ ਹੋਇਆ, ਸਾਰਿਆਂ ਦਾ ਕਰੋ ਜੀ ਵਿਸਾਖਾ ਸਿੰਘ ਹੋਰਾਂ ਨੂੰ ਵੀ ਫੋਨ ਕਰੋ, ਕਿਉਂਕਿ ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ, ਪਰਮਜੀਤ ਸਿੰਘ ਸਰਨਾ ਇਹਨਾਂ ਦੀਆਂ ਮੁੱਖ ਪਾਰਟੀਆਂ ਨੇ। ਮੁੜ ਕੇ ਜਦੋਂ ਪੋਸਟਪੋਨ ਹੋ ਗਈਆਂ,
ਉਹ ਯਾਰ ਇਹ ਕਿਹਦਾ ਫੋਨ ਆ ਗਿਆ ਜੀ, ਆਹ ਪਤਾ ਨਹੀਂ ਕਦ ਹੋਣੀ ਹੈ, ਕਿੰਨੀ ਕੁ ਦੇਰ ਸੁਣੀ ਜਾਵਾਂਗੇ। ਜਿੱਦਣ ਫਿਰ ਅਨਾਉਂਸ ਹੋ ਗਿਆ ਕਿ ਮਹੀਨੇ ਬਾਅਦ ਨੇ, ਉਹ ਕਰੋ ਵਿਸਾਖਾ ਸਿੰਘ ਹੋਰਾਂ ਨੂੰ ਫੋਨ, ਕਿੱਥੇ ਨੇ ਆਪਣੇ ਦਾ ਬੰਦੇ ਨੇ, ਉਹਨਾਂ ਨੇ ਫਿਰ ਕਿਹਾ ਉਹਨਾਂ ਕਰ ਦਿਓ ਕਮੀਜ਼ ਪਜਾਮੇ ਪ੍ਰੈਸ, ਰੱਖ ਦਿਓ ਗੱਡੀ ਦੇ ਵਿੱਚ ਹੀ। ਤੇ ਹੁਣ ਇੱਕ ਵਾਰੀ ਫਿਰ ਇੱਕ ਦੂਜੇ ਤੇ ਦੋਸ਼ ਲੱਗਣਗੇ, ਉਹ ਕਹਿਣਗੇ ਜੀ ਜਦੋਂ ਇਹ ਪ੍ਰਧਾਨ ਹੁੰਦੇ ਸੀ ਇਹ ਖਾ ਗਏ, ਉਹ ਕਹਿਣਗੇ ਜਿਹੜੇ ਹੁਣ ਪ੍ਰਧਾਨ ਨੇ ਉਹ ਖਾ ਗਏ। ਯਾਨੀ ਤਿੰਨੋਂ ਬੰਦੇ, ਜੀਕੇ ਸਾਹਿਬ ਪ੍ਰਧਾਨ ਰਹੇ, ਸਰਨਾ ਸਾਹਿਬ ਪ੍ਰਧਾਨ ਰਹੇ, ਸਿਰਸਾ ਸਾਹਿਬ ਪ੍ਰਧਾਨ ਹੈਗੇ ਨੇ, ਤੇ ਤਿੰਨੇ ਹੀ ਬੰਦੇ ਏਡੇ ਏਡੇ ਵੱਡੇ ਦੋਸ਼ ਲਾਉਂਦੇ ਆ। ਸੰਗਤ ਇੱਕ ਵਾਰੀ ਫੇਰ ਸੋਚੋ ਯਾਰ, ਬੰਦੇ ਤਾਂ ਚੁੱਪ ਬੈਠੇ ਸੀ, ਬੰਦੇ ਤਾਂ ਬਹੁਤੇ ਸਰਗਰਮ ਹੋਏ ਨਹੀਂ ਸੀ। ਹੁਣ ਫੇਰ ਦਿੱਲੀ ਦੇ ਵਿੱਚ ਜਿਹੜੇ ਪ੍ਰਬੰਧਕ ਕਮੇਟੀ ਦੇ ਵੋਟਰ ਨੇ, ਉਹਨਾਂ ਦੇ ਘਰਾਂ ਦੇ ਦਰਵਾਜ਼ੇ ਖੜਕਣ ਲੱਗ ਪਏ ਨੇ, ਘਰੇ ਹੀ ਜੋ ਰੱਖੋ ਫਿਰ ਚਾਹ ਦਾ ਕੱਪ। ਮੈਂ ਕਿਹਾ ਨਾਲੇ ਹਾਲ ਚਾਲ ਪੁੱਛ ਆਈਏ ਬੀਬੀ ਜੀ ਦੇ, ਨਾਲੇ ਚਾਹ ਪੀ ਆਈਏ। ਨਹੀਂ, ਮੈਨੂੰ ਤਾਂ ਇਹ ਵੀ ਯਾਦ ਆ ਵੀ ਮਾਤਾ ਜੀ ਆਮ ਪਰਿਵਾਰਾਂ ਤੋਂ ਜਿੱਦਾਂ ਸਵੇਰੇ ਗੁਰਦੁਆਰਾ ਸਾਹਿਬ ਜਾਂਦਾ ਵੇ, ਉਹਨਾਂ ਨੇ ਜ਼ਰੂਰ ਆ ਕੇ ਗੱਲ ਕੀਤੀ ਹੋਊਗੀ, ਪੁੱਤਰ ਮੈਨੂੰ ਲੱਗਦਾ ਏ ਕਿ ਇਲੈਕਸ਼ਨਾਂ ਦੀ ਅਨਾਉਂਸਮੈਂਟ ਹੋਈ ਹੈ, ਬੀਬੀ ਤੁਹਾਨੂੰ ਇਦਾਂ ਕਿਉਂ ਲੱਗਾ? ਪਤਾ ਨਹੀਂ ਮਹੀਨਾ ਕੁ ਪਹਿਲਾਂ ਵੀ ਬਾਵਾ ਗੋਡੀਆਂ ਥਲਾਉਂਦੇ ਸੀ, ਵਿੱਚੋਂ ਖਲਾਉਣੋਂ ਹਟ ਗਏ, ਅੱਜ ਫਿਰ ਮੈਨੂੰ 2-3 ਜਾਣੇ ਮਿਲੇ ਆ, ਅੱਜ ਫਿਰ 3 ਵਾਰੀ ਰੁਕਣਾ ਪਿਆ ਜੀ ਜੋੜੇ ਘਰ ਤੱਕ ਜਾ, ਹੱਥ ਜੋੜ ਕੇ ਨਾ। ਤੇ ਉਹਨਾਂ ਮੇਰੀ ਸਿਹਤ ਬਾਰੇ ਵੀ ਪੁੱਛਿਆ, ਤੇ ਮੈਂ ਤੇ ਉਦੋਂ ਹੈਰਾਨ, ਮੈਂ ਕਿਹਾ ਵੀ ਮੈਂ ਤੇ ਪੁੱਤੇ ਨੂੰ ਦੱਸਿਆ ਸੀ ਵੀ ਹੁਣ ਮੈਂ ਠੀਕ ਵਾਂ, ਤੂੰ ਫਿਰ ਪੁਰਾਣੀ ਗੱਲ ਕਰੀ ਜਾਣਾ। ਅੱਜ ਮੈਨੂੰ ਫਿਰ ਬੰਦੇ ਉਹ ਮਿਲੇ ਨੇ, ਮੈਨੂੰ ਲੱਗਦਾ ਇਲੈਕਸ਼ਨਾਂ ਤੇ ਨਹੀਂ ਆਈਆਂ, ਘੱਟੋ ਘੱਟ 3 ਬ੍ਰੇਕਾਂ ਜ਼ਰੂਰ ਲੱਗਣੀਆਂ। ਸੋ ਹੋ ਸਕਦਾ ਵੀ ਮਤਲਬ ਇਹ ਹੁਣ ਆਉਣ ਵਾਲਾ ਮਹੀਨਾ ਕਿ ਜਿਹੜਾ ਹੈ ਉਹ ਦਿੱਲੀ ਦੀਆਂ ਜਿਹੜੀਆਂ ਆਮ ਸਿੱਖ ਸੰਗਤਾਂ ਨੇ, ਉਹਨਾਂ ਨੂੰ ਇਦਾਂ ਲੱਗੇ ਵੀ ਯਾਰ ਸਾਡੀ ਵੀ ਕੋਈ ਵੈਲਿਊ ਹੈਗੀ ਹੈ। ਨਹੀਂ ਮਤਲਬ ਉਹੀ ਬੰਦੇ ਜਿਹੜੇ ਅੱਗੇ ਬਹੁਤ ਹੀ ਕਾਲੇ ਸ਼ੀਸ਼ੇ ਵਾਲੀ ਕਾਰ 'ਚ ਲੰਘ ਜਾਂਦੇ ਸੀ ਨਾ, ਉਹ ਆਈਏ ਸਕੂਟਰ ਤੇ ਮਿਲ ਪਏ, ਯਾਰ ਮੈਨੂੰ ਮੈਂ ਗਲੀ 'ਚ ਮਿਲੀ ਇੱਥੇ, ਹੈ ਕਮਾਲ ਹੋ ਗਈ। ਸੰਧਾਲੀਆ ਸਾਹਿਬ ਹੁਣ ਆਪਾਂ ਗੱਲ ਇੱਕ ਟੈਕਸ ਵਿਭਾਗ ਦੀ ਜਿਹੜਾ ਉਹਦੀ ਰੇਡ ਦੀ ਕਰਨੀ ਹੈ। ਨਹੀਂ, ਕਰਨੀ ਬਣਦੀ ਹੈ, ਕਿਉਂਕਿ ਦੇਖੋ ਕਾਰਨ ਇਹ ਹੈ ਵੀ ਆਮ ਤੌਰ ਤੇ ਕਹਿੰਦੇ ਆ ਕਿ ਵੀ ਸਰਕਾਰਾਂ ਛਾਪੇ ਮਰਾਉਂਦੀਆਂ ਨੇ ਜੇ ਕੋਈ ਤੰਗ ਕਰੇ ਜੀ। ਪਰ ਅਨੁਰਾਗ ਠਾਕੁਰ ਸਾਹਿਬ, ਉਹ ਵੀ ਸੁੱਖ ਨਾਲ ਮੰਤਰੀ ਨੇ, ਹੁਣੇ ਉਹਨਾਂ ਦਾ ਮਹਿਕਮਾ ਵੀ ਬਦਲ ਕੇ ਵੱਡਾ ਕੀਤਾ। ਉਹ ਕਹਿੰਦੇ ਨਹੀਂ ਇਦਾਂ ਦੀ ਤਾਂ ਗੱਲ ਕੋਈ ਨਹੀਂ, ਅਸੀਂ ਤੇ ਕਿਸੇ ਨੂੰ ਨਹੀਂ ਕਿਹਾ ਛਾਪਾ ਮਾਰ ਲਈ, ਇਹ ਤਾਂ ਆਮ ਰੂਟੀਨ ਕਾਰਵਾਈ, ਸਰਕਾਰ ਦਾ ਦਖਲ ਕੋਈ ਨਹੀਂ। ਹਾਂ, ਇਹ ਤਾਂ ਏਜੰਸੀਆਂ ਨੇ ਆਪਣਾ ਰੂਟੀਨ ਕਾਰਵਾਈ ਕਰਨੀ ਹੁੰਦੀ ਹੈ। ਸਰਕਾਰ ਆਪਣਾ ਕੰਮ ਕਰਦੀ ਹੈ, ਏਜੰਸੀਆਂ ਆਪਣਾ ਕੰਮ ਕਰਦੀਆਂ ਨੇ। ਹੁਣ ਮੈਨੂੰ ਨਹੀਂ ਸਮਝ ਆਈ ਵੀ ਏਜੰਸੀਆਂ ਨੂੰ ਅਚਾਨਕ ਉਹ ਮੀਡੀਆ ਅਦਾਰੇ ਕਿਉਂ ਨਜ਼ਰ ਆਉਣ ਲੱਗ ਪਏ। ਸੰਧਾਲੀਆ ਸਾਹਿਬ 2 ਮੀਡੀਆ ਅਦਾਰਿਆਂ ਤੇ ਛਾਪੇ ਪਏ ਆ। ਇੱਕ ਬਹੁਤ ਵੱਡਾ ਹਿੰਦੀ ਅਖਬਾਰ ਹੈ ਜਿਹੜਾ ਕਿ ਘੱਟੋ ਘੱਟ 13 ਸੂਬਿਆਂ ਦੇ ਵਿੱਚ ਛਪਦਾ, ਤੇ ਉਹਨਾਂ ਸੂਬਿਆਂ ਦੇ ਵਿੱਚ 3 ਸੂਬੇ ਜ਼ਰੂਰ ਆਉਂਦੇ ਆ। ਇੱਕ ਉੱਤਰ ਪ੍ਰਦੇਸ਼ ਆਉਂਦਾ, ਇੱਕ ਉੱਤਰਾਖੰਡ ਆਉਂਦਾ, ਤੇ ਤੀਸਰਾ ਪੰਜਾਬ ਵੀ ਆਉਂਦਾ, ਤੇ ਇਹਨਾਂ ਤਿੰਨਾਂ ਦੇ ਵਿੱਚ ਚੋਣਾਂ ਹੈ। ਵੈਸੇ ਹੀ ਗੱਲ ਕਰ ਰਹੇ ਹਾਂ। ਇਹਦੇ ਤੋਂ ਬਾਅਦ ਦਿੱਲੀ ਦੀਆਂ ਨਿਗਮ ਚੋਣਾਂ ਵੀ ਹੈਗੀਆਂ ਅਗਲੇ ਸਾਲ, ਤੇ ਉੱਥੇ ਵੀ ਉਹ ਛਪਦਾ ਵਿਕਦਾ। ਉਹਦੇ ਤੋਂ ਬਾਅਦ ਇੱਕ ਉੱਤਰ ਪ੍ਰਦੇਸ਼ ਦਾ ਜਿਹੜਾ ਟੀਵੀ ਚੈਨਲ ਹੈ, ਨਿਊਜ਼ ਚੈਨਲ ਹੈ, ਲੋਕਲ ਹੈ, ਸਥਾਨਕ ਹੈ, ਪਰ ਉੱਤਰ ਪ੍ਰਦੇਸ਼ ਦੇ ਵਿੱਚ ਪ੍ਰਭਾਵ ਹੈਗਾ, ਉਹਨਾਂ ਤੇ ਛਾਪੇ ਪਏ। ਦੇਖੋ ਕੋਈ ਬੰਦਾ ਹੋਵੇ, ਕੋਈ ਸੰਸਥਾ ਹੋਵੇ, ਕੋਈ ਮੀਡੀਆ ਅਦਾਰਾ ਹੋਵੇ, ਜੇ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਆ, ਕੋਈ ਸਬੂਤ ਆ, ਕਿਸੇ ਨੇ ਵੀ ਪੈਸਿਆਂ ਦੇ ਮਾਮਲੇ 'ਚ ਗੜਬੜੀ ਕੀਤੀ ਹੈ, ਟੈਕਸ ਨਹੀਂ ਦਿੱਤਾ ਜਾਂ ਗਲਤ ਤਰੀਕੇ ਨਾਲ ਪੈਸੇ ਮੰਗਵਾਏ ਆ, ਛੁਪਾਏ ਆ, ਕੋਈ ਕਾਲਾ ਧਨ, ਚਿੱਟਾ, ਭੂਰਾ ਧਨ ਕੋਈ ਹੈਗਾ, ਰੇਡ ਵੀ ਕਰਨੀ ਬਣਦੀ ਹੈ, ਪਰਚੇ ਵੀ ਕਰਨੇ ਬਣਦੇ ਆ, ਸਭ ਕੁਝ ਕਰਨੇ ਬਣਦੇ ਆ। ਕੋਈ ਵੀ ਬੰਦਾ ਅਸੀਂ ਗਰੰਟੀ ਨਹੀਂ ਲੈਂਦੇ ਦੁੱਧ ਧੋਤਾ। ਪਰ ਹੁਣ ਇੱਕ ਜਿਹੜਾ ਹਿੰਦੀ ਅਖਬਾਰ ਹੈ, ਉਹਦਾ ਤਾਂ ਗੱਲ ਮਸਲਾ ਬੜਾ ਸਿੱਧਾ। ਉਹੀ ਅਖਬਾਰ ਹੈ ਜਿਹਨੇ ਸਭ ਤੋਂ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਫਰੰਟ ਪੇਜ ਦੇ ਉੱਤੇ ਵੱਡੀਆਂ ਵੱਡੀਆਂ ਖਬਰਾਂ ਲਾਈਆਂ ਸੀ ਕਿ ਆਹ ਦੇਖੋ ਤਸਵੀਰਾਂ ਕਿ ਗੰਗਾ ਨਦੀ ਦੇ ਕਿਨਾਰੇ ਤੋਂ ਇੰਨੀਆਂ ਲਾਸ਼ਾਂ ਉਦੋਂ ਲੱਭੀਆਂ ਜਦੋਂ ਪਾਣੀ ਉੱਪਰ ਆ ਗਿਆ ਸੀ ਤੇ ਰੇਤਾ ਰੋੜ ਕੇ ਲੈ ਗਿਆ। ਉਹਨਾਂ ਨੇ ਸ਼ਮਸ਼ਾਨ ਘਾਟਾਂ ਦੇ ਵਿੱਚ ਬੰਦੇ ਭੇਜ ਕੇ ਉੱਥੋਂ ਡਾਟੇ ਲਿਆਂਦੇ ਸੀ ਕਿ ਭਾਈ 1 ਮਹੀਨਾ ਪਹਿਲਾਂ ਕਿੰਨੇ ਲੋਕਾਂ ਦੇ ਸੰਸਕਾਰ ਕੀਤੇ, ਹੁਣ ਕਿੰਨਿਆਂ ਦੇ ਕੀਤੇ। ਉਹ ਕਹਿੰਦੇ ਸੀ ਕਿ ਕੋਵਿਡ ਦੇ ਕਰਕੇ ਮਰਨ ਵਾਲੇ ਲੋਕਾਂ ਦੀ ਤੇ ਸਰਕਾਰੀ ਗਿਣਤੀ ਦੇ ਵਿੱਚ ਫਰਕ ਬਹੁਤ ਹੈ। ਪਿਛਲੇ ਸਮੇਂ 'ਚ ਜਦੋਂ ਨੋਟਬੰਦੀ ਹੋਈ ਹੈ, ਜਦੋਂ ਆਕਸੀਜਨ ਦੇ ਨਾਲ ਲੋਕਾਂ ਦੇ ਮਰਨ ਦੀ ਗੱਲ ਹੋਈ ਹੈ, ਆ ਪਿਛਲੇ ਦਿਨ ਹੀ ਹੋਇਆ ਸੀ ਨਾ ਕਿ ਆਕਸੀਜਨ ਦੇ ਨਾਲ ਕਹਿੰਦੇ ਸੂਬਾ ਸਰਕਾਰਾਂ ਨੇ ਦੱਸਿਆ ਨਹੀਂ, ਤਾਂ ਕੇਂਦਰ ਕਹਿੰਦੀ ਇੱਕ ਵੀ ਬੰਦਾ ਨਹੀਂ ਮਰਿਆ। ਉਹਨਾਂ ਨੇ ਗਿਣਤੀ ਕੱਢ ਕੇ ਦੱਸ ਦਿੱਤੀ ਸੀ ਕਿ ਭਾਈ ਇਸ ਹਸਪਤਾਲ ਦੇ ਵਿੱਚ ਇਸ ਰਾਤ ਨੂੰ ਇੰਨੇ ਬੰਦਿਆਂ ਦੀ ਮੌਤ ਹੋਈ ਹੈ, ਤੇ ਹਸਪਤਾਲ ਦੇ ਪ੍ਰਬੰਧਕ ਨੇ ਆਹ ਦੇਖੋ ਵੀਡੀਓ ਬਿਆਨ ਜਾਰੀ ਕੀਤਾ ਸੀ, ਆਹ ਦੇਖੋ ਹਾਈ ਕੋਰਟ ਦੇ ਵਿੱਚ ਆਹ ਗੱਲ ਗਈ ਹੈ। ਉਸ ਅਦਾਰੇ ਦੇ ਉੱਤੇ ਛਾਪਾ ਪਿਆ ਸੀ, ਨਹੀਂ ਕਹਿੰਦੇ ਕੋਈ ਦੁੱਧ ਧੋਤਾ ਹੈ, ਪਰ ਉਹਦੇ ਉੱਤੇ ਛਾਪਾ ਇੱਕੋ ਸਮੇਂ 20-22 ਥਾਵਾਂ ਦੇ ਉੱਤੇ ਪੈਣਾ, ਕਰਮਚਾਰੀਆਂ ਨੂੰ ਅੰਦਰ ਰੱਖ ਲੈਣਾ। ਤੇ ਉਹਨਾਂ ਨੇ ਫੇਰ ਕਿਹਾ, ਉਹ ਕਹਿੰਦੇ ਅਸੀਂ ਤਾਂ ਇਦਾਂ ਹੀ ਚੱਲਾਂਗੇ ਜਿੱਦਾਂ ਸਾਡੇ ਪਾਠਕ ਕਹਿਣਗੇ, ਅਸੀਂ ਘਬਰਾਉਣ ਵਾਲੇ ਨਹੀਂ। ਜੇ ਤਾਂ ਕੋਈ ਗਲਤੀ ਹੈ ਠੀਕ ਹੈ, ਪਰ ਜੇ ਸਿਰਫ ਤੇ ਸਿਰਫ ਇਸ ਕਰਕੇ ਕਿ ਭਾਈ ਅਗਲੇ ਖੋਜੀ ਪੱਤਰਕਾਰਤਾ ਜਿਹੜੀ ਭਾਰਤ 'ਚ ਮਾੜੀ ਮੋਟੀ ਬਚੀ ਹੈ, ਜੇ ਉਹ ਖੋਜੀ ਪੱਤਰਕਾਰਤਾ ਕਰਦੇ ਆ, ਜੇ ਉਹ ਪਰੇਸ਼ਾਨੀ ਵਾਲੀ ਕੋਈ ਖਬਰ ਲਾ ਦਿੰਦੇ ਆ ਜਿਹੜੀ ਹੋਵੇ ਸੱਚ ਆਧਾਰਿਤ, ਜੇ ਇਹਦੇ ਨਾਲ ਸੰਬੰਧਿਤ ਕੋਈ ਕੰਮ ਹੋਇਆ ਤਾਂ ਬਹੁਤ ਮਾੜਾ। ਵੈਸੇ ਸਕਸੈਸ ਰੇਟ ਥੋੜਾ ਹੈ। ਈਡੀ ਤੇ ਇਨਕਮ ਟੈਕਸ ਵਾਲੇ ਜਦੋਂ ਰੇਡ ਕਰਦੇ ਆ ਕਿਸੇ ਵੀ ਸਰਕਾਰ ਦੇ ਸਮੇਂ ਦੇ ਵਿੱਚ, ਜਦੋਂ ਵੀ ਉਹ ਕਿਤੇ ਰੇਡ ਕਰਦੇ ਆ, ਉਹਦੇ ਵਿੱਚੋਂ ਕਿੰਨੇ ਕੁ ਲੋਕਾਂ ਨੂੰ ਸਜ਼ਾਵਾਂ ਮਿਲਦੀਆਂ, ਉਹ ਕਈ ਵਾਰੀ 5% ਵੀ ਨਹੀਂ ਹੁੰਦੇ। ਫਿਰ ਇਹਦਾ ਮਤਲਬ ਕੀ ਹੋਇਆ
ਕਿ ਭਾਈ ਜਿਹੜੇ ਦੋਸ਼ ਲਾ ਕੇ ਆਪਾਂ ਰੇਡ ਕਰਦੇ ਆ ਫਿਰ ਦੋਸ਼ ਸਾਬਿਤ ਕਿਉਂ ਨਹੀਂ ਹੁੰਦੇ? ਦੇ ਉਹ ਚਲੋ ਸਾਬਤ ਹੋਣ ਨਾ ਹੋਣ, ਪਰ ਇੱਕ ਗੱਲ ਤੇ ਹੈਗੀ ਆ ਨਾ, ਹੁਣ ਉਹ ਅਦਾਰੇ ਵੱਲੋਂ ਜਿਹੜੀ ਚੀਜ਼ ਛਾਪੀ ਗਈ ਹੈ ਹੁਣ ਜੀ, ਉਹ ਬੜੀ ਕਮਾਲ ਦੀ ਹੈ। ਦੇਖੋ ਸਟਾਰ ਕੈਸਾ ਤਕੜਾ, ਉਹ ਕਹਿੰਦੇ ਲਓ ਜੀ ਆਹ ਤੇ ਗੱਲ ਕਲੀਅਰ ਹੋ ਗਈ ਕਿ ਇਨਕਮ ਟੈਕਸ ਦੇ ਛਾਪੇ ਨੇ ਕਲੀਅਰ ਕਰਤਾ ਵੀ ਜੇ ਕੋਈ ਅਖਬਾਰ ਪੜ੍ਹਨ ਵਾਲੀ ਹੈ ਤੇ ਆਹੀ ਹੈ। ਨਹੀਂ ਉਹ ਹੋਰ ਸੁਣੋ ਤੁਸੀਂ, ਜਿਹੜਾ ਯੂਪੀ ਦਾ ਟੀਵੀ ਚੈਨਲ ਆ, ਨਿਊਜ਼ ਚੈਨਲ, ਉਹ ਕਹਿੰਦੇ ਉਹਨਾਂ ਨੇ ਵੀ ਇੱਕੋ ਹੀ ਚੀਜ਼ ਸਾਰਾ ਦਿਨ ਫਿਰ ਚਲਾਈ, ਕਹਿੰਦੇ ਜੋ ਵੀ ਕਹਾਂਗੇ ਸੱਚ ਹੀ ਕਹਾਂਗੇ। ਪਰ ਚਲੋ ਇੱਕ ਗੱਲ ਹੈ ਵੀ ਇਹ ਜਿਸ ਹਿਸਾਬ ਨਾਲ ਜਿਹੜੀਆਂ ਵੀ ਕਾਰਵਾਈਆਂ ਚੱਲਦੀਆਂ, ਚਾਹੇ ਉਹ ਸੋਸ਼ਲ ਮੀਡੀਆ ਦੇ ਪਿਛਲੇ ਦਿਨ ਹੀ ਰੌਲਾ ਸੀਗਾ ਵੀ ਤੁਸੀਂ ਕੁਝ ਨਹੀਂ ਕਹਿਣਾ, ਜੇ ਆਪਾਂ ਮੀਡੀਆ ਦੀ ਗੱਲ ਕਰਦੇ ਹਾਂ ਉਹਦੀ ਗੱਲ ਆ ਗਈ, PTI ਦੀ ਆਪਾਂ ਪਿਛਲੇ ਦਿਨ ਹੀ ਗੱਲ ਕੀਤੀ ਸੀ ਵੀ ਉਹ ਤਾਂ ਅਦਾਲਤ 'ਚ ਜਾ ਕੇ ਕਹਿਣ ਲੱਗ ਪਏ ਵੀ ਮਹਾਰਾਜ ਜੀ ਜੋ ਕੁਝ ਜਿਵੇਂ ਚੱਲ ਰਿਹਾ ਇੱਥੋਂ ਗੱਲ ਕਲੀਅਰ ਹੀ ਜਾਪਦਾ ਵੀ ਕੋਈ ਕੁਝ ਨਾ ਬੋਲੇ, ਜੇ ਤਾਂ ਜੋ ਕਿਹਾ ਜਾ ਰਿਹਾ ਉਹਨੂੰ ਸੱਚ ਮੰਨ ਲਓ, ਜੇ ਤੁਸੀਂ ਨਹੀਂ ਮੰਨਦੇ ਤਾਂ ਫਿਰ ਤੰਗ ਹੋਵੋਗੇ। ਪਰ ਜੇ ਇੱਦਾਂ ਹੀ ਚਲਾਉਣਾ ਫਿਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਦਾ ਮਤਲਬ ਇਹ ਹੋ ਗਿਆ ਕਿ ਵੀ ਜਿਹੜਾ ਉਹ ਪਹਿਲਾਂ ਗੱਲ ਚੱਲਦੀ ਹੁੰਦੀ ਨਾ ਵੀ ਗੋਰੇ ਸੀ ਤੇ ਗੋਰੇ ਭਾਈ ਸਾਹਿਬ ਧੱਕੇ ਨਾਲ ਰਾਜ ਕਰਦੇ ਹੁੰਦੇ ਸੀ, ਤੇ ਫਿਰ ਉਹਨਾਂ ਦੇ ਰਾਜ ਦੇ ਵਿੱਚ ਤੇ ਹੁਣ ਵਾਲੀਆਂ ਸਰਕਾਰਾਂ ਕਹਿ ਲਓ ਜਾਂ ਜਿਹੜੇ ਸ਼ਾਸਨ ਚਲਾਉਂਦੇ ਆ ਉਹਨਾਂ ਦੇ ਵਿੱਚ ਫਰਕ ਕੀ ਹੈ? ਕਿਉਂਕਿ ਹੋਣਾ ਤਾਂ ਇਹ ਚਾਹੀਦਾ ਸੀ ਵੀ ਲੋਕ ਖੁਦ ਕਹਿਣ ਵੀ ਯਾਰ ਇਸ ਬੰਦੇ ਦਾ ਰਾਜ ਚਾਹੀਦਾ, ਉਹ ਉੱਦਾਂ ਦਾ ਰਾਜ ਚਲਾਉਣ 'ਚ ਕੀ ਪ੍ਰੋਬਲਮ ਹੈ? ਨਹੀਂ ਹੋਣਾ ਸੰਧਾਲੀਆ ਸਾਹਿਬ, ਕਿਤੇ ਨਾ ਕਿਤੇ ਗੱਲ ਜਿਹੜੀ ਤੁਰਨੀ ਚਾਹੀਦੀ ਹੈ, ਸਹੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ। ਹੁਣ ਅਲ ਜਜ਼ੀਰਾ ਚੈਨਲ ਕਿੱਡਾ ਵੱਡਾ, ਕੋਈ ਸਹਿਮਤ ਹੋਏਗਾ ਕੋਈ ਨਹੀਂ ਹੋਏਗਾ, ਗਾਰਡੀਅਨ ਅਖਬਾਰ ਕਿੱਡਾ ਵੱਡਾ, ਨਿਊਯਾਰਕ ਟਾਈਮਜ਼ ਕਿੱਡਾ ਵੱਡਾ, ਉਹਨਾਂ ਸਾਰਿਆਂ ਦੇ ਵਿੱਚ ਇਹ ਜਿਹੜੀ ਰੇਡ ਪਈ ਹੈ ਇਹਦੀ ਚਰਚਾ ਚੱਲੀ ਹੈ ਕਿ ਭਾਈ ਇਹ ਰੇਡ ਹੋਈ ਹੈ। ਮੈਂ ਕਹਿੰਦਾ ਕਿ ਜੇ ਦੋਸ਼ ਲੱਭਦਾ ਤਾਂ ਠੋਕ ਕੇ ਸਜ਼ਾਵਾਂ ਮਿਲਣ, ਇਸ ਗੱਲ ਤੋਂ ਕੋਈ ਬੰਦਾ ਇਨਕਾਰੀ ਥੋੜੀ ਹੈ, ਪਰ ਅਸੀਂ ਸ਼ਾਸਨ ਕਿਹੜੇ ਢੰਗ ਦੇ ਨਾਲ ਚਲਾਉਣਾ ਹੈ, ਲੋਕਾਂ ਦੇ ਵਿੱਚ ਪ੍ਰਤੀਕਿਰਿਆ ਕੀ ਹੈ, ਉਹ ਸਾਰੀਆਂ ਚੀਜ਼ਾਂ ਸਾਹਮਣੇ ਲਿਆਉਣੀਆਂ ਜ਼ਰੂਰੀ ਹੈ। ਇੱਕ ਗੱਲ, ਅੱਜ ਟੋਕੀਓ ਓਲੰਪਿਕ ਦਾ ਰਸਮੀ ਉਦਘਾਟਨ ਹੈ, ਦਰਸ਼ਕ ਉਹਦੇ ਵਿੱਚ ਨਹੀਂ ਜਾਣੇ, ਟੀਵੀ ਦੇ ਉੱਤੇ ਬੈਠ ਕੇ ਮੂਹਰੇ ਬੈਠ ਕੇ ਦੇਖਣਾ ਪੈਣਾ, ਪਰ ਜਿਹੜੇ ਟੀਮ ਖੇਡਾਂ ਨੇ, ਮੰਨ ਲਓ ਕਿ ਹਾਕੀ ਹੈ ਜਾਂ ਕੋਈ ਇਦਾਂ ਦੀਆਂ ਟੀਮ ਖੇਡਾਂ ਨੇ, ਉਧਰਲੇ ਪਾਸੇ ਤਾਂ ਜਿਹੜੇ ਸਿੰਗਲ ਇਵੈਂਟ ਨੇ ਜਿਹਦੇ ਵਿੱਚ ਵਿਅਕਤੀਗਤ ਖੇਡਾਂ ਨੇ ਜ਼ਰੂਰ ਦੇਖਣੀਆਂ ਚਾਹੀਦੀਆਂ ਜਦੋਂ ਵੀ ਕਿਸੇ ਦਾ ਸਮਾਂ ਮਿਲੇ। ਟੀਮ ਖੇਡਾਂ ਦੀ ਮੈਂ ਗੱਲ ਤਾਂ ਕੀਤੀ ਹੈ, ਸ਼ਾਇਦ ਸਾਨੂੰ ਰਲ ਕੇ ਚੱਲਣਾ ਆਵੇ, ਜਿਹੜੇ ਅਸੀਂ ਆਪਸ ਦੇ ਵਿੱਚ ਪਿੰਡਾਂ 'ਚ ਧਰਮਾਂ ਤੇ ਜਾਤਾਂ ਦੇ ਆਧਾਰ ਦੇ ਉੱਤੇ ਅਜੇ ਵੀ ਉਹ ਹੋਰ ਕਿਸੇ ਦਾ ਉਹ ਹੋਰ ਕਿਸੇ ਦਾ, ਉਹਨਾਂ ਟੀਮਾਂ ਦੇ ਵਿੱਚ ਸਾਰੇ ਦੇਸ਼ ਦੇ ਖਿਡਾਰੀ ਹੁੰਦੇ ਆ, ਸਾਡੇ ਵਾਲੇ ਪਾਸੇ ਵੀ, ਪਾਕਿਸਤਾਨ ਵਾਲੇ ਪਾਸੇ ਵੀ, ਕੈਨੇਡਾ ਅਮਰੀਕਾ ਵਾਲੇ ਪਾਸੇ ਵੀ, ਤੇ ਨਾਲ ਦੀ ਨਾਲ ਜੇ ਕਿਸੇ ਨੂੰ ਬਹੁਤ ਵੱਡਾ ਭਰਮ ਭੁਲੇਖਾ ਨਾ ਕਿ ਸਾਡਾ ਦੇਸ਼ ਤਾਂ ਬਹੁਤ ਤਰੱਕੀ ਕਰ ਗਿਆ, ਕਮਾਲ ਹੋ ਗਈ ਹੈ, ਜਿੱਦਾਂ ਜਿੱਦਾਂ ਮੈਡਲ ਟੈਲੀ ਤਾਂ ਨੂੰ ਜਾਣੀ ਹੈ, ਉਦੋਂ ਸਾਨੂੰ ਦੇਖਣਾ ਪਊਗਾ ਕਿ ਚੀਨ ਕਿੱਥੇ ਹੈ, ਅਮਰੀਕਾ ਕਿੱਥੇ ਹੈ, ਇੰਗਲੈਂਡ ਕਿੱਥੇ ਹੈ, ਤੇ ਭਾਰਤ ਦੇਸ਼ ਮਹਾਨ ਕਿੱਥੇ ਹੈ। ਕਿਉਂਕਿ ਜੇ ਅਸੀਂ ਮੈਡਲ ਟੈਲੀ 'ਚ ਐਤਕੀ ਵੀ ਥੱਲੇ ਹੋਏ, ਇਹਦਾ ਮਤਲਬ ਹੈ ਕਿ ਜ਼ਮੀਨੀ ਪੱਧਰ ਤੇ ਕੁਝ ਕਰਨ ਵਾਲਾ ਜਿਹੜਾ ਕਿ ਅਜੇ ਤੱਕ ਕੀਤਾ ਨਹੀਂ ਗਿਆ। ਉਹ ਨਹੀਂ ਯਾਰ ਬਾਟ ਸਾਹਿਬ, ਉਹ ਗੇਮਾਂ ਹੀ ਗਲਤ ਰੱਖੀਆਂ ਉਹਨਾਂ ਨੇ ਯਾਰ। ਓਲੰਪਿਕ ਦੇ ਵਿੱਚ ਕੋਈ ਚੁਗਲੀਆਂ ਦੀ ਗੇਮ ਚਲਾਓ ਤੁਸੀਂ, ਕੋਈ ਭ੍ਰਿਸ਼ਟਾਚਾਰ ਤੇ ਚਲਾਓ ਤੁਸੀਂ, ਵਾਅਦੇ ਕਰਨ ਦੀ ਗੇਮ, ਵਾਅਦੇ ਬੂਦੇ ਦੀ ਗੱਲ ਕਰਾਓ, ਹੋਰ ਕੋਈ ਨਾ ਕੋਈ ਇਹ ਚਲਾਓ ਮਤਲਬ ਵੀ ਲੀਡਰ ਕਿਹੜਾ ਵਾਤੂਆਂ ਦੇ ਰੈਲੀਆਂ ਕਰਦਾ। ਨਹੀਂ ਜ਼ਰੂਰੀ ਹੈ, ਆਹ ਅਮਰੀਕਾ ਮੁਲਕਾ ਲੱਭਣੇ ਨੇ, ਉਹਦਾ ਗੇਮਾਂ ਹੀ ਗਲਤ ਨੇ ਨਾ ਓਲੰਪਿਕਸ ਦੀ। ਕੋਈ ਨਹੀਂ, ਇਹ ਕਿਸ ਦਿਨ ਫਿਰ ਅਸੀਂ ਗੱਲ ਕਰਾਂਗੇ, ਤੁਸੀਂ ਮੇਰੇ ਅੰਦਰਲਾ ਲੀਡਰ ਫਿਰ ਜਗਾ ਦਿੰਦੇ। ਨਹੀਂ ਬਹੁਤ ਸ਼ੁਕਰੀਆ, ਤੁਸੀਂ ਅੱਜ ਕੋਟ ਲਾਉਣਾ ਨਹੀਂ ਹੈ, ਨਾ ਮੈਂ ਸਿੱਧੇ ਉੱਥੇ ਬਾਅਦ ਜਾਣਾ, ਜੇ ਠੇਕਾ ਮਿਲ ਗਿਆ ਤਾਂ ਫਿਰ ਚਾਹ ਜ਼ਰੂਰ ਪਿਲਾਇਓ। ਚਲਿਏ ਫਿਰ, ਬਹੁਤ ਸ਼ੁਕਰੀਆ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।